ਸਾਂਝਾ ਟੀਵੀ ਦੇ ਦਰਸ਼ਕਾਂ ਅਤੇ ਰੇਡੀਓ ਇੰਡੀਆ ਦੇ ਸਰੋਤਿਆਂ ਨੂੰ ਮੇਰੇ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਪ੍ਰਵਾਨ ਕਰੋ ਜੀ। ਪ੍ਰੋਗਰਾਮ ਇਤਿਹਾਸ ਗਵਾਹ ਹੈ ਵਿੱਚ ਤੁਹਾਡਾ ਸਭ ਦਾ ਹਾਰਦਿਕ ਸਵਾਗਤ ਹੈ। ਅੱਜ ਮਨੁੱਖਤਾ ਨੂੰ ਗੰਭੀਰ ਚੁਣੌਤੀਆਂ ਦਰਪੇਸ਼ ਨੇ, ਚਾਹੇ ਉਹ ਵਾਤਾਵਰਣ ਦੀ ਹੋਵੇ, ਨਸ਼ਿਆਂ ਦੀ ਹੋਵੇ, ਕੋਵਿਡ ਮਹਾਮਾਰੀ ਦੀ ਹੋਵੇ ਜਾਂ ਹੋਰ ਬਹੁਤ ਸਾਰੇ ਅਜਿਹੇ ਮਸਲੇ ਨੇ ਜੋ ਤੁਰੰਤ ਹੱਲ ਭਾਲਦੇ ਆ। ਦੁਨੀਆ ਇਹਨਾਂ ਮਸਲਿਆਂ ਦਾ ਹੱਲ ਲੱਭ ਰਹੀ ਹੈ ਤੇ ਉੱਪਰ ਵੱਲ ਚੰਦ ਵੱਲ ਨੂੰ ਤੱਕ ਰਹੀ ਹੈ। ਅਜਿਹੇ ਵਿੱਚ ਅਸੀਂ ਭਾਰਤ ਦੇ ਲੋਕ ਅਜੇ ਵੀ ਅਤੀਤ ਦੀ ਜਾਂ ਅਸੀਂ ਆਪਣੀ ਜ਼ਮੀਨ ਦੀ ਖੁਦਾਈ ਵਿੱਚ ਰੁੱਝੇ ਹੋਏ ਹਾਂ, ਅਜੇ ਵੀ ਮੰਦਰ ਮਸਜਿਦ ਦੇ ਝਗੜਿਆਂ ਵਿੱਚ ਉਲਝੇ ਹੋਏ ਹਾਂ। ਇਸ ਡੂੰਘੀ ਵਿਚਾਰ ਵਾਲੇ ਮੁੱਦੇ ਤੇ ਵਿਸਥਾਰਤ ਚਰਚਾ ਲਈ ਸਾਡੇ ਨਾਲ ਮੌਜੂਦ ਨੇ ਬੈਰਿਸਟਰ ਲਵਲੀਨ ਸਿੰਘ ਗਿੱਲ ਜੀ। ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਇਤਿਹਾਸ ਗਵਾਹ ਹੈ ਵਿੱਚ। ਭੰਮ ਸਾਹਿਬ, ਮੈਂ ਸਾਰੇ ਦਰਸ਼ਕਾਂ ਦਾ ਤੇ ਸਾਡੇ ਸਰੋਤਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਜੀ। ਮਿਹਰਬਾਨੀ, ਸ਼ੁਕਰੀਆ ਮੈਨੂੰ ਇਸ ਪ੍ਰੋਗਰਾਮ ਤੇ ਬੁਲਾਉਣ ਲਈ। ਜੀ ਲਵਲੀਨ ਜੀ, ਸਭ ਤੋਂ ਪਹਿਲਾਂ ਜਿਹੜਾ ਮੇਰਾ ਸਵਾਲ ਹੈ ਤੁਹਾਨੂੰ ਇਹੀ ਹੈ ਕਿ ਇਤਿਹਾਸ ਇੰਨਾ ਜ਼ਰੂਰੀ ਹੈ ਕਿ ਸਾਡੇ ਭਵਿੱਖ ਦਾ ਰਸਤਾ ਜਿਹੜਾ ਹੈ ਉਹ ਅਤੀਤ ਦੇ ਖੰਡਰਾਂ ਦੇ ਵਿੱਚ ਦੀ ਹੋ ਕੇ ਗੁਜ਼ਰਦਾ ਹੈ? ਭੰਮ ਸਾਹਿਬ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸਾਰੀ ਦੁਨੀਆ ਤਾਂ ਉੱਪਰ ਵੱਲ ਦੇਖ ਰਹੀ ਹੈ, ਭਵਿੱਖ ਵੱਲ ਦੇਖ ਰਹੀ ਹੈ ਜੀ, ਪਰ ਜੋ ਭਾਰਤ ਹੈ ਜੀ, ਸਾਡਾ ਦੇਸ਼, ਉਹ ਆਪਣੀ ਅਤੀਤ ਦੀ ਖੁਦਾਈ ਕਰਨ ਲੱਗਿਆ ਹੋਇਆ ਹੈ। ਬਿਲਕੁਲ। ਜੇ ਮੈਂ ਇਤਿਹਾਸ ਦੀ ਗੱਲ ਕਰਾਂ ਭੰਮ ਸਾਹਿਬ, ਇਹ ਚੰਗੀ ਗੱਲ ਹੈ ਕਿ ਭਾਰਤ ਆਪਣੇ ਅਤੀਤ ਵੱਲ ਦੇਖ ਰਿਹਾ ਹੈ। ਜੀ, ਅਤੀਤ ਵੱਲ ਦੇਖਣਾ ਬੜਾ ਜ਼ਰੂਰੀ ਹੈ ਜੀ, ਕਿਉਂਕਿ ਜੋ ਤੁਹਾਡਾ ਅਤੀਤ ਹੈ ਜਾਂ ਜੋ ਇਤਿਹਾਸ ਹੈ ਜੀ, ਉਹ ਤੁਹਾਨੂੰ ਸੈਂਸ ਆਫ ਫਿਊਚਰ ਦਿੰਦਾ ਹੈ। ਜੀ, ਉਹ ਤੁਹਾਨੂੰ ਭਵਿੱਖ ਦੇ ਵਿੱਚ ਅੱਗੇ ਵਧਣ ਦੀ ਇੱਕ ਦਿਸ਼ਾ ਪ੍ਰਦਾਨ ਕਰਦਾ ਹੈ। ਜੀ, ਬਿਲਕੁਲ। ਸੋ ਜਿਹੜੀਆਂ ਕੌਮਾਂ ਜਾਂ ਜਿਹੜੇ ਦੇਸ਼ ਆਪਣਾ ਅਤੀਤ ਜਾਂ ਆਪਣਾ ਭਵਿੱਖ ਭੁੱਲ ਜਾਂਦੇ ਨੇ, ਜੀ, ਉਹਨਾਂ ਦਾ ਇੱਕ ਉਜਵਲ ਭਵਿੱਖ ਨਹੀਂ ਬਣ ਪਾਉਂਦਾ। ਜੀ, ਉਹ ਦੁਨੀਆ ਦੇ ਵਿੱਚ ਆਪਣੀ ਸ਼ਨਾਖਤ ਨਹੀਂ ਕਰ ਪਾਉਂਦੇ, ਜੀ, ਦੁਨੀਆ ਦੇ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਨਹੀਂ ਬਣਾ ਪਾਉਂਦੇ। ਜੀ, ਜੀ, ਬਿਲਕੁਲ। ਜਿਸ ਤਰ੍ਹਾਂ ਜੇ ਮੈਂ ਇੱਕ ਐਗਜ਼ਾਮਪਲ ਲਵਾਂ, ਇੱਕ ਉਦਾਹਰਨ ਲਵਾਂ ਯਹੂਦੀਆਂ ਦੀ, ਯਹੂਦੀ ਕੌਮ ਦੀ। ਜੀ, ਜੀ, ਸੋ ਜਿਸ ਤਰ੍ਹਾਂ ਇਤਿਹਾਸ ਸਾਨੂੰ ਦੱਸਦਾ ਹੈ ਕਿ ਉਹਨਾਂ ਨੂੰ ਜੇਰੂਸਲਮ ਦੇ ਵਿੱਚੋਂ ਕੱਢਿਆ ਗਿਆ ਜੀ, ਹਜ਼ਾਰਾਂ ਸਾਲ ਪਹਿਲਾਂ, ਜੀ, ਜੀ, ਬਿਲਕੁਲ। ਪਰ ਉਹਨਾਂ ਦੇ ਲੋਕ ਮਨਾਂ ਦੇ ਵਿੱਚ, ਲੋਕ ਗਾਥਾਵਾਂ ਦੇ ਵਿੱਚ ਜੀ, ਇਹ ਗੱਲ ਘਰ ਕਰ ਗਈ ਸੀ ਕਿ ਜੋ ਜੇਰੂਸਲਮ ਹੈ, ਜੀ, ਦੈਟ ਇਜ਼ ਦਾ ਪ੍ਰੋਮਿਸਡ ਲੈਂਡ, ਜੀ, ਕਿ ਜੋ ਖੁਦਾ ਹੈ ਜਾਂ ਰੱਬ ਹੈ, ਜੀ, ਉਸ ਨੇ ਇਹ ਜ਼ਮੀਨ ਜੋ ਹੈ ਜੇਰੂਸਲਮ ਦੀ, ਉਹ ਸਾਨੂੰ ਦਿੱਤੀ ਹੈ ਤੇ ਅਸੀਂ ਉਸ ਧਰਤੀ ਦੇ ਉੱਤੇ ਜਾ ਕੇ ਇੱਕ ਆਪਣਾ ਦੇਸ਼ ਵਸਾਉਣਾ ਹੈ। ਜੀ, ਤੇ ਉਹ ਟੀਚਾ ਉਹਨਾਂ ਨੇ ਸਰ ਕੀਤਾ ਕਿਉਂਕਿ ਉਹਨਾਂ ਨੂੰ ਇਤਿਹਾਸ ਦੀ ਜਾਣਕਾਰੀ ਸੀ। ਜੀ, ਜੀ, ਉਹਨਾਂ ਨੂੰ ਇੱਕ ਸੈਂਸ ਇਤਿਹਾਸ ਤੋਂ ਸੀ ਜਿਸ ਨੂੰ ਉਹਨਾਂ ਨੇ ਅੱਗੇ ਰੱਖ ਕੇ ਆਪਣਾ ਇੱਕ ਉਜਵਲ ਭਵਿੱਖ ਬਣਾਇਆ। ਜੀ, ਪਰ ਜੋ ਜਦ ਇਤਿਹਾਸ ਹੈ ਜੀ, ਉਹ ਕਿਸੇ ਵਿਚਾਰਧਾਰਾ ਦੇ ਹੱਥ ਵਿੱਚ ਇੱਕ ਹਥਿਆਰ ਵਾਂਗੂ ਆ ਜਾਵੇ, ਜੀ, ਤੇ ਉਹ ਇੱਕ ਹਥਿਆਰ ਵਾਂਗੂ ਇਤਿਹਾਸ ਨੂੰ, ਤੁਹਾਡੇ ਅੱਜ ਨੂੰ ਤੇ ਤੁਹਾਡੇ ਫਿਊਚਰ ਨੂੰ ਜੀ, ਕੰਟਰੋਲ ਕਰਨ ਵਾਸਤੇ ਉਸ ਨੂੰ ਇਸਤੇਮਾਲ ਕਰਨ ਲੱਗਣ, ਜੀ, ਤਾਂ ਬੜੀ ਵੱਡੀ ਸਮੱਸਿਆ ਆ ਜਾਂਦੀ ਹੈ। ਜੀ, 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 ਸੋ ਇਹ ਚੰਗੀ ਗੱਲ ਹੈ ਜੀ, ਕਿ ਭਾਰਤ ਇਤਿਹਾਸ ਵੱਲ ਵੇਖ ਰਿਹਾ ਹੈ, ਜੀ, ਪਰ ਭਾਰਤ ਨੂੰ ਇਹ ਤੈਅ ਕਰਨਾ ਪਵੇਗਾ, ਜੀ, ਕਿ ਭਾਰਤੀਆਂ ਨੂੰ ਇਹ ਤੈਅ ਕਰਨਾ ਪਵੇਗਾ ਜੀ, ਕਿ ਇਤਿਹਾਸ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਵੇ। ਜੀ, 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 ਕਿ ਇਤਿਹਾਸ ਨੂੰ ਆਪਣੀਆਂ ਜੋ ਬਾਇਸਿਸ ਨੇ ਜਾਂ ਆਪਣਾ ਧਰਮ ਹੈ ਜੀ, ਜਾਂ ਜੋ ਆਪਣੇ ਹੋਰ ਭਾਵਨਾਵਾਂ ਨੇ, ਜੀ, ਉਹਨਾਂ ਨੂੰ ਇੱਕ ਪਾਸੇ ਰੱਖ ਕੇ ਇਤਿਹਾਸ ਨੂੰ ਐਜ਼ ਅ ਨਿਊਟਰਲ ਹੋ ਕੇ ਦੇਖਿਆ ਜਾਵੇ, ਜੀ, ਜਾਂ ਇਤਿਹਾਸ ਨੂੰ ਇੱਕ ਧਰਮ ਦੇ ਚਸ਼ਮੇ ਤੋਂ, ਜਾਤੀ ਮਜ਼ਹਬ ਦੇ ਚਸ਼ਮੇ ਤੋਂ, ਜੀ, ਜਾਂ ਕਿਸੇ ਸਿਆਸੀ ਚਸ਼ਮੇ ਤੋਂ ਦੇਖਿਆ ਜਾਵੇ। ਜੀ, ਜੀ, ਬਿਲਕੁਲ। ਸੋ ਜੇ ਤਾਂ ਇਤਿਹਾਸ ਨੂੰ ਨਿਰਪੱਖ ਹੋ ਕੇ ਦੇਖਿਆ ਜਾਵੇਗਾ ਜੀ, ਤਾਂ ਇਤਿਹਾਸ ਕੋਲ ਤੁਹਾਨੂੰ ਬਹੁਤ ਕੁਝ ਦੱਸਣ ਨੂੰ ਹੈ। ਜੀ, ਜੀ, ਤਾਂ ਫਿਰ ਜੋ ਭਵਿੱਖ ਦਾ ਰਸਤਾ ਹੈ ਉਹ ਅਤੀਤ ਦੇ ਖੰਡਰਾਂ ਦੇ ਵਿੱਚੋਂ ਹੀ ਹੋ ਕੇ ਜਾਵੇਗਾ। ਬਿਲਕੁਲ। ਪਰ ਜੇ ਇਤਿਹਾਸ ਨੂੰ ਧਰਮ, ਮਜ਼ਹਬ, ਜਾਤੀ ਜੀ, ਅਤੇ ਰਾਜਨੀਤੀ ਦੇ ਚਸ਼ਮੇ ਤੋਂ ਦੇਖਿਆ ਜਾਵੇ, ਜੀ, ਤਾਂ ਜੋ ਅਤੀਤ ਦੇ ਵਿੱਚੋਂ ਭਵਿੱਖ ਦਾ ਰਸਤਾ ਨਹੀਂ ਨਿਕਲ ਸਕਦਾ। ਬਿਲਕੁਲ। ਤਾਂ ਜੋ ਅਤੀਤ ਹੈ ਉਸ ਦੇ ਖੰਡਰ ਦੇ ਨਾਲ ਜੋ ਭਵਿੱਖ ਹੈ ਉਹ ਵੀ ਇੱਕ ਵਿਰਾਨਾ, ਇੱਕ ਦਸ਼ਤ, ਇੱਕ ਰੇਗਿਸਤਾਨ ਹੀ ਬਣ ਜਾਵੇਗਾ। ਇਤਿਹਾਸ ਜਿਹੜਾ ਹੈ ਉਹ ਉੱਥੇ ਅਸੀਂ ਕਹਿ ਸਕਦੇ ਹਾਂ ਕਿ ਜੇ ਇਸ ਤਰ੍ਹਾਂ ਦੀ ਇਹਦੀ ਵਰਤੋਂ ਹੁੰਦੀ ਹੈ ਤਾਂ ਰਾਹ ਦਸੇਰਾ ਨਹੀਂ ਹੋਊਗਾ, ਰਾਹ ਦੇ ਵਿੱਚ ਅੜਿੱਕੇ ਪੈਦਾ ਕਰੂਗਾ। ਜੀ, ਰਾਹ ਦੇ ਵਿੱਚ ਵਿਕਾਸ ਦੇ ਵਿੱਚ ਅੜਿੱਕੇ ਪੈਦਾ ਕਰੂਗਾ। ਜਿਸ ਤਰ੍ਹਾਂ ਤੁਸੀਂ ਪਹਿਲਾਂ ਚਰਚਾ ਕੀਤੀ ਜੀ ਕਿ ਅਸੀਂ ਮੰਦਿਰ ਮਸਜਿਦ ਦੇ ਵਿਵਾਦ ਦੇ ਵਿੱਚ ਹੀ ਫਸੇ ਹੋਏ ਹਾਂ, ਜੀ, ਜੀ, ਆਜ਼ਾਦੀ ਦੇ 75 ਸਾਲ ਤੋਂ ਬਾਅਦ ਵੀ। ਜੀ, ਜੀ, ਸੋ ਹੁਣ ਤੁਸੀਂ ਦੇਖੋ ਕਿ ਰੀਸੈਂਟਲੀ ਜੋ ਗਿਆਨਵਾਪੀ ਮਸਜਿਦ ਜੀ ਦਾ ਜੋ ਵਿਵਾਦ ਸਾਹਮਣੇ ਆਇਆ ਹੈ, ਜੀ, ਉਹ ਇਸੇ ਗੱਲ ਕਰਕੇ ਸਾਹਮਣੇ ਆਇਆ ਜਿਸ ਦੀ ਅਸੀਂ ਗੱਲ ਪਹਿਲਾਂ ਕੀਤੀ, ਜੀ, ਜੀ, ਕਿ ਜੋ ਇੱਕ ਨਜ਼ਰੀਆਤੀ ਜੀ, 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 ਤਰੀਕੇ ਤੋਂ ਇਤਿਹਾਸ ਨੂੰ ਦੇਖਣਾ। ਜੀ, ਜੀ।
ਗਿਆਨ ਵਿਆਪੀ ਜਿਹੜੀ ਮਸਜਿਦ ਹੈ ਇਹਦਾ ਮਸਲਾ ਅੱਜ ਕੱਲ੍ਹ ਬੜਾ ਵਿਚਾਰ ਚਰਚਾ ਦੇ ਵਿੱਚ ਚੱਲ ਰਿਹਾ। ਲੋਕਾਂ ਦੇ ਹਰੇਕ ਦੀ ਜ਼ੁਬਾਨ ਤੇ ਸਾਨੂੰ ਗਿਆਨ ਵਿਆਪੀ ਸੁਣਾਈ ਦਿੰਦਾ ਹੈ। ਜੀ ਗਿਆਨ ਵਿਆਪੀ ਆਖਰ ਹੈ ਕੀ, ਜਿਹਦੀ ਪਿੱਠ ਭੂਮੀ ਕੀ ਹੈ? ਜੀ ਭੰਮ ਸਾਹਿਬ, ਹੁਣ ਤੁਸੀਂ ਦੇਖੋ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜੋ ਗਿਆਨਵਾਪੀ ਦਾ ਮਸਲਾ ਹੈ, ਗਿਆਨਵਾਪੀ ਮਸਜਿਦ ਦਾ ਮਸਲਾ ਹੈ, ਜੋ ਬਨਾਰਸ ਦੇ ਵਿੱਚ ਇਹ ਮਸਜਿਦ ਹੈ ਜੀ, ਕਾਸ਼ੀ ਵਿਸ਼ਵਨਾਥ ਜੋ ਮੰਦਿਰ ਹੈ, ਬਹੁਤ ਹੀ ਪਾਕ ਪਵਿੱਤਰ ਸਥਾਨ ਹੈ ਜੀ, ਹਿੰਦੂ ਮਤ ਦਾ। ਜੀ ਜੀ ਉਸ ਦੇ ਜਮਾ ਕੰਧ ਦੇ ਨਾਲ ਕੰਧ ਇਸ ਮਸਜਿਦ ਦੀ ਸਾਂਝੀ ਹੈ। ਜੀ ਜੀ ਸੋ ਵਿਵਾਦ ਤਾਂ ਇਹ ਨਹੀਂ ਕਿ ਇਹ ਵਿਵਾਦ ਹੁਣੇ ਉਜਾਗਰ ਹੋਇਆ ਹੈ। ਜੀ ਬਿਲਕੁਲ, ਵਿਵਾਦ ਕਾਫੀ ਸਮੇਂ ਤੋਂ ਚੱਲ ਰਿਹਾ ਸੀ, ਜੀ ਪਰ ਹੁਣ ਇਹਦਾ ਸੁਰਖੀਆਂ ਦੇ ਵਿੱਚ ਆਉਣ ਦਾ ਕਾਰਨ ਇਹ ਬਣਿਆ ਹੈ ਕਿ 2019 ਦੇ ਵਿੱਚ ਜੀ ਦਿੱਲੀ ਦੀਆਂ ਕੁਝ ਔਰਤਾਂ ਨੇ ਜੀ ਇਸ ਦੇ ਉੱਤੇ ਇੱਕ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਜੋ ਇਸ ਮੰਦਿਰ ਹੈ, ਜੀ ਜੀ ਮਾਫ ਕਰਨਾ, ਜੋ ਇਹ ਮਸਜਿਦ ਹੈ ਗਿਆਨਵਾਪੀ ਮਸਜਿਦ, ਇਸ ਦੇ ਵਿੱਚ ਕੁਝ ਹਿੰਦੂ ਦੇਵੀ ਦੇਵਤਾਵਾਂ ਦੀਆਂ ਮੂਰਤੀਆਂ ਨੇ ਜਾਂ ਸ਼ਿਵਲਿੰਗ ਹੈ ਜੀ, ਤੇ ਉਹਨਾਂ ਨੂੰ ਉੱਥੇ ਜਾ ਕੇ ਪੂਜਾ ਕਰਨ ਦੀ ਜੋ ਆਗਿਆ ਹੈ ਜੀ ਉਹ ਦਿੱਤੀ ਜਾਵੇ। ਜੀ ਸੋ ਇਸ ਪਟੀਸ਼ਨ ਨੂੰ ਕੋਰਟ ਨੇ ਅਸੈਪਟ ਕਰਦੇ ਹੋਇਆਂ ਜੀ ਉੱਥੇ ਇੱਕ ਸਰਵੇ ਕਮੇਟੀ ਬਣਾ ਦਿੱਤੀ, ਜੀ ਜੀ ਇੱਕ ਕੋਰਟ ਅਪਾਇੰਟਡ ਕਮਿਸ਼ਨ ਬਣਾ ਦਿੱਤਾ, ਜੀ ਜੀ ਜਿਸ ਨੇ ਉਸ ਸਾਰੇ ਦਾ ਸਰਵੇ ਕਰਨਾ ਸੀ, ਸਾਰੀ ਮਸਜਿਦ ਦਾ, ਜੀ ਤੇ ਉਸ ਨੇ ਸਰਵੇ ਦਾ ਕੰਮ ਸ਼ੁਰੂ ਕੀਤਾ। ਜੀ ਸਰਵੇ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਭੰਮ ਸਾਹਿਬ ਉੱਥੇ ਹੋਇਆ ਕਿ ਜੋ ਹੁਣ ਖਬਰਾਂ ਆ ਰਹੀਆਂ ਨੇ, ਜੀ ਜੀ ਸੋ ਜੋ ਹਿੰਦੂ ਪੱਖ ਹੈ ਹੂੰ ਉਹਦਾ ਇਹ ਦਾਵਾ ਹੈ ਕਿ ਜੋ ਉੱਥੇ ਵਜ਼ੂ ਖਾਨਾ ਹੈ, ਜੀ, ਜਿੱਥੇ ਜੋ ਸਾਡੇ ਮੁਸਲਿਮ ਭਰਾ ਨੇ ਜੀ ਉਹ ਨਮਾਜ਼ ਅਦਾ ਕਰਨ ਤੋਂ ਪਹਿਲਾਂ ਵਜ਼ੂ ਕਰਦੇ ਆ। ਜੀ ਵਜ਼ੂ ਮਤਲਬ ਕਿ ਆਪਣੇ ਆਪ ਨੂੰ ਜਿਹੜੀ ਪਵਿੱਤਰ ਕਰਨ ਦੀ ਰਸਮ, ਜਿਹੜੀ ਪਵਿੱਤਰ ਕਰਨ, ਸਾਫ਼ ਸਫਾਈ ਦੀ ਰਸਮ, ਜੀ ਸਾਫ਼ ਸਫਾਈ। ਸੋ ਵਜ਼ੂ ਉਹ ਕਰਦੇ ਆ ਤੇ ਉਸ ਵਜ਼ੂ ਖਾਨੇ ਦੇ ਵਿੱਚ ਉਹਨਾਂ ਨੇ ਇੱਕ ਦਾਵਾ ਕੀਤਾ ਹੈ ਕਿ ਉੱਥੇ ਸ਼ਿਵਲਿੰਗ ਮਿਲਿਆ ਜੀ, ਤੇ ਜੋ ਮੁਸਲਿਮ ਪੱਖ ਹੈ ਭੰਮ ਸਾਹਿਬ ਉਹ ਕਹਿ ਰਿਹਾ ਹੈ ਕਿ ਉਹ ਸ਼ਿਵਲਿੰਗ ਨਹੀਂ ਹੈ ਜੀ, ਉਹ ਇੱਕ ਵਜ਼ੂ ਖਾਨੇ ਦੇ ਵਿੱਚ, ਜਿਸ ਤਰ੍ਹਾਂ ਕਿ ਜੋ ਮੁਗਲਾਂ ਦੇ ਸਮੇਂ ਇੱਕ ਟ੍ਰੈਡੀਸ਼ਨ ਸੀ, ਜੀ ਉੱਥੇ ਫੁਹਾਰਾ ਬਣਾਇਆ ਜਾਂਦਾ ਸੀ। ਜੀ ਬਿਲਕੁਲ। ਸੋ ਜੋ ਮੁਸਲਿਮ ਪੱਖ ਹੈ ਉਸ ਨੂੰ ਫੁਹਾਰਾ ਕਹਿ ਰਿਹਾ ਹੈ ਜੀ, ਤੇ ਜੋ ਹਿੰਦੂ ਪੱਖ ਹੈ ਉਹ ਉਸ ਨੂੰ ਸ਼ਿਵਲਿੰਗ ਕਹਿ ਰਿਹਾ ਹੈ। ਸ਼ਿਵਲਿੰਗ ਦਾ ਨਾਮ ਦਿੱਤਾ। ਪਰ ਹਾਲ ਦੀ ਘੜੀ ਜੋ ਅਦਾਲਤ ਹੈ ਜੀ, ਉਸਨੇ ਉਹ ਸਾਰੀ ਜਗ੍ਹਾ ਸੀਲ ਕਰਕੇ, ਜਿੱਥੇ ਦਾਵਾ ਕੀਤਾ ਗਿਆ ਕਿ ਸ਼ਿਵਲਿੰਗ ਮਿਲਿਆ, ਜੀ ਜੀ ਉਸ ਨੂੰ ਸੀਲ ਕਰ ਦਿੱਤਾ ਹੈ। ਜੀ, ਪਰ ਜੋ ਦੂਜੀ ਮੰਗ ਸੀ, ਜੋ ਪਟੀਸ਼ਨ ਕਰਤਾ ਜੋ ਸੀ ਉਹਨਾਂ ਦੀ, ਜੀ ਕਿ ਇਸ ਮੰਦਿਰ ਦੇ ਵਿੱਚ, ਇਸ ਮਸਜਿਦ ਦੇ ਵਿੱਚ, ਗਿਆਨਵਾਪੀ ਮਸਜਿਦ ਦੇ ਵਿੱਚ ਜੀ, ਜੋ ਨਮਾਜ਼ ਅਦਾ ਕਰਨ ਦੀ ਜੋ ਰਸਮ ਹੈ ਉਸ ਦੇ ਉੱਤੇ ਥੋੜੀ ਪਾਬੰਦੀ ਲਾਈ ਜਾਵੇ, ਜੀ ਉਸ ਨੂੰ ਕੋਰਟ ਨੇ ਰਿਜੈਕਟ ਕਰ ਦਿੱਤਾ ਹੈ। ਜੀ 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 ਸੋ ਇਸ ਤਰ੍ਹਾਂ ਭੰਮ ਸਾਹਿਬ ਜੋ ਇਹ ਵਿਵਾਦ ਹੈ ਇਹ ਹੁਣ ਚਰਚਾ ਦੇ ਵਿੱਚ ਆਇਆ, ਸੁਰਖੀਆਂ ਦੇ ਵਿੱਚ ਆਇਆ ਹੈ। ਜੀ, ਕੁਝ ਉੱਥੇ ਜੋ ਸਰਵੇ ਟੀਮ ਸੀ ਉਸ ਦੇ ਵਿੱਚੋਂ ਕੁਝ ਲੀਕਸ ਵੀ ਮੀਡੀਆ ਦੇ ਵਿੱਚ ਆਈਆਂ, ਜਿਸ ਦਾ ਕੋਰਟ ਨੇ ਗੰਭੀਰ ਨੋਟਿਸ ਲਿਆ। ਜੀ 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 ਸੋ ਪਰ ਇਹ ਤਾਂ ਭੰਮ ਸਾਹਿਬ ਇੱਕ ਜੋ ਅੱਜ ਦੀ ਸਿਚੁਏਸ਼ਨ ਹੈ, ਜੀ ਹੁਣ ਦਾਵਾ ਇੱਥੇ ਕੀ ਕੀਤਾ ਜਾ ਰਿਹਾ ਹੈ, ਜੀ ਹਿੰਦੂ ਪੱਖ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜੋ ਗਿਆਨਵਾਪੀ ਮਸਜਿਦ ਹੈ ਜੀ ਇਸ ਨੂੰ ਔਰੰਗਜ਼ੇਬ ਨੇ, ਜੀ ਜੋ ਕਾਸ਼ੀ ਵਿਸ਼ਵਨਾਥ ਮੰਦਿਰ ਹੈ, ਜੀ ਉਸ ਦਾ ਕੁਝ ਹਿੱਸਾ ਗਿਰਾ ਕੇ ਜੀ ਉਹਦੇ ਉੱਪਰ ਬਣਵਾਇਆ, ਉਹਦੇ ਉੱਪਰ ਬਣਾਇਆ। ਠੀਕ ਹੈ। ਤੇ ਜੋ ਮੁਸਲਿਮ ਪੱਖ ਹੈ ਜੀ ਉਹ ਇਸ ਗੱਲ ਤੋਂ ਇਨਕਾਰ ਕਰ ਰਿਹਾ। ਜੀ ਹੁਣ ਭੰਮ ਸਾਹਿਬ ਜੇ ਅਸੀਂ ਇਤਿਹਾਸ ਦੀ ਗੱਲ ਕਰੀਏ, ਜੀ ਇਹ ਤਾਂ ਅੱਜ ਦੀ ਜੋ ਸਿਚੁਏਸ਼ਨ ਹੈ ਬਿਲਕੁਲ। ਉਹਦੀ ਗੱਲ ਹੋਈ ਸਾਰੀ। ਜੀ ਜੇ ਅਸੀਂ ਇਤਿਹਾਸ ਦੀ ਗੱਲ ਕਰੀਏ, ਜੀ ਜੇ ਅਸੀਂ ਔਰੰਗਜ਼ੇਬ ਦੇ ਜ਼ਮਾਨੇ ਦੇ ਵਿੱਚ ਜਾਈਏ, ਜੀ ਉਸ ਤੋਂ ਪਹਿਲਾਂ ਜਾਈਏ, ਜੀ ਜੀ ਸੋ ਇਸ ਗੱਲ ਦੇ ਵਿੱਚ ਕੋਈ ਝੂਠ ਨਹੀਂ ਜੀ। ਇਸ ਗੱਲ, ਇਹ ਐਸਟੈਬਲਿਸ਼ਡ ਇੱਕ ਹਿਸਟੋਰੀਕਲ ਫੈਕਟ ਹੈ ਜੀ ਕਿ ਜੋ ਕਾਸ਼ੀ ਵਿਸ਼ਵਨਾਥ ਮੰਦਿਰ ਹੈ ਜੀ ਉਸ ਨੂੰ ਢਾਇਆ ਗਿਆ। ਜੀ ਜੀ ਇੱਕ ਵਾਰ ਨਹੀਂ, ਕਈ ਵਾਰੀ ਢਾਇਆ ਗਿਆ। ਜੀ ਇੱਕ ਵਾਰ ਤਾਂ ਐਬਕ ਦੇ ਜ਼ਮਾਨੇ ਦੇ ਵਿੱਚ ਜੀ ਜੀ ਇਸ ਨੂੰ ਢਾਇਆ ਗਿਆ, ਜੀ ਪਰ ਉਸ ਤੋਂ ਬਾਅਦ ਜਦ ਅਕਬਰ ਸ਼ਹਿਨਸ਼ਾਹ ਅਕਬਰ ਦਾ ਦੌਰ ਆਇਆ ਜੀ ਤਾਂ ਇਸ ਦੀ ਮੁੜ ਉਸਾਰੀ ਹੋਈ। ਜੀ ਉਹਨਾਂ ਨੇ ਹੋਰ ਵੀ ਕਈ ਫੈਸਲੇ ਲਏ ਜੀ ਜੋ ਕਿ ਸਭ ਧਰਮਾਂ ਦੇ ਪੱਖ ਵਿੱਚ ਸਨ, ਜਿਸ ਤਰ੍ਹਾਂ ਜਜ਼ੀਆ ਉਹਨਾਂ ਨੇ ਹਟਾਇਆ। ਜੀ ਪਰ ਔਰੰਗਜ਼ੇਬ ਦਾ ਜ਼ਮਾਨਾ ਆਉਂਦਿਆਂ ਜੀ ਜੀ ਇਹ ਸਾਰੀ ਸਿਚੁਏਸ਼ਨ ਬਦਲ ਗਈ, ਕਿਉਂਕਿ ਜੋ ਔਰੰਗਜ਼ੇਬ ਸੀ ਭੰਮ ਸਾਹਿਬ, ਉਹ ਅਸੀਂ ਜਾਣਦੇ ਹਾਂ ਕਿ ਉਹ ਇੱਕ ਬੜੇ ਹੀ ਜੋ ਇੱਕ ਕੱਟੜ ਸੂਫੀ ਸਿਲਸਿਲੇ ਦਾ ਮੰਨਣ ਵਾਲਾ ਸੀ, ਅਤੇ ਉਸ ਦੀ ਸੋਚ ਵੀ ਬੜੀ ਕੱਟੜ ਸੀ ਧਰਮ ਨੂੰ ਲੈ ਕੇ। ਉਹ ਬੜੀ ਇੱਕ ਸੰਕੀਰਨ ਸੋਚ ਦਾ ਮਾਲਕ ਸੀ। ਜੀ ਜੀ ਹਾਲਾਂਕਿ ਉਸ ਦੇ ਪਰਸਨੈਲਿਟੀ ਦੇ ਹੋਰ ਵੀ ਆਸਪੈਕਟ ਸਨ, ਜੀ ਪਰ ਜੋ ਇਹ ਆਸਪੈਕਟ ਹੈ ਇਹ ਇਤਿਹਾਸ ਦੇ ਵਿੱਚ ਪ੍ਰਮੁੱਖ ਤੌਰ ਤੇ ਦੇਖਿਆ ਜਾਂਦਾ ਹੈ। ਜੀ ਸੋ ਇਸ ਚੀਜ਼ ਦੇ ਦੇਖੋ ਐਵੀਡੈਂਸ ਮਿਲਦੇ ਆ ਇਤਿਹਾਸ ਦੇ ਵਿੱਚ, ਇਹ ਰਿਕਾਰਡਡ ਹਿਸਟਰੀ ਹੈ ਜੀ ਕਿ ਔਰੰਗਜ਼ੇਬ ਨੇ
ਕਾਸ਼ੀ ਵਿਸ਼ਵਨਾਥ ਦੇ ਮੰਦਿਰ ਨੂੰ ਗਿਰਵਾਇਆ। ਜੀ ਜੋ ਇੱਕ ਕਿਤਾਬ ਔਰੰਗਜ਼ੇਬ ਦੇ ਜ਼ਮਾਨੇ ਦੇ ਵਿੱਚ ਮਸੀਰੇ ਆਲਮਗੀਰੀ, ਜੀ ਜਿਸ ਨੂੰ ਲਿਖਿਆ ਸੀ ਸਾਕੀ ਮੁਸਤੈਦ ਖਾਨ ਨੇ, ਜੀ ਜੋ ਕਿ ਉਹ ਉਸ ਸਮੇਂ ਜੋ ਘਟਨਾਵਾਂ ਹੁੰਦੀਆਂ ਸੀ ਉਸ ਨੂੰ ਦਰਜ ਕਰਦੇ ਸੀ। ਜੀ ਜੀ ਸੋ ਉਸ ਦੇ ਵਿੱਚ ਇਸ ਚੀਜ਼ ਦਾ ਵਰਣਨ ਮਿਲਦਾ ਹੈ ਕਿ ਅਪ੍ਰੈਲ 8 ਜੀ 1669 ਨੂੰ ਜੀ ਔਰੰਗਜ਼ੇਬ ਆਲਮਗੀਰ ਨੂੰ ਇਹ ਰਿਪੋਰਟ ਮਿਲਦੀ ਹੈ ਜੀ ਕਿ ਕੁਝ ਮੰਦਿਰਾਂ ਦੇ ਵਿੱਚ ਤੇ ਕੁਝ ਸਕੂਲਾਂ ਦੇ ਵਿੱਚ ਜੀ ਜੋ ਕਿ ਹਿੰਦੂ ਕਮਿਊਨਿਟੀ ਦੇ ਵੱਲੋਂ ਚਲਾਏ ਜਾ ਰਹੇ ਸਨ, ਜੀ ਜੀ ਉਹਨਾਂ ਦੇ ਕਹਿਣ ਮੁਤਾਬਕ, ਜੋ ਲਿਖਣ ਵਾਲੇ ਦੇ ਮੁਤਾਬਕ, ਕਿ ਜੋ ਅਜਿਹੀਆਂ ਗੱਲਾਂ ਸਿਖਾਈਆਂ ਜਾ ਰਹੀਆਂ ਨੇ ਜਾਂ ਪੜ੍ਹਾਈਆਂ ਜਾ ਰਹੀਆਂ ਨੇ ਜੋ ਇਸਲਾਮ ਦੇ ਉਲਟ ਨੇ। ਜੀ ਬਿਲਕੁਲ। ਸੋ ਇਸ ਚੀਜ਼ ਦਾ ਉਸ ਨੂੰ ਨੋਟਿਸ ਉਸਨੇ ਲਿਆ। ਅਤੇ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਉਹ ਇੱਕ ਬੜੀ ਸੰਕੀਰਨ ਸੋਚ ਦਾ ਮਾਲਕ ਸੀ, ਜੀ ਤਾਂ ਸਤੰਬਰ 2 1669 ਦੇ ਵਿੱਚ ਔਰੰਗਜ਼ੇਬ ਦੇ ਹੁਕਮਾਂ ਤੇ ਇਸ ਬਹੁਤ ਹੀ ਪਵਿੱਤਰ ਸਥਲ ਨੂੰ ਗਿਰਾਇਆ ਗਿਆ, ਮੰਦਿਰ ਦਾ ਨੁਕਸਾਨ ਕੀਤਾ ਗਿਆ ਤੇ ਮੰਦਿਰ ਨੂੰ ਤੋੜਿਆ ਗਿਆ। ਜੀ ਸੋ ਇਹ ਇੱਕ ਰਿਕਾਰਡਡ ਹਿਸਟਰੀ ਹੈ ਜੀ, ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਜੀ ਜੀ ਸੋ ਮੰਦਿਰ ਉਸ ਜਗ੍ਹਾ ਤੇ ਜੋ ਔਰੰਗਜ਼ੇਬ ਦੇ ਹੁਕਮਾਂ ਤੇ ਜੀ ਉਸ ਨੂੰ ਗਿਰਾਇਆ ਗਿਆ। ਜੀ ਪਰ ਦੇਖੋ ਜੋ ਹਿਸਟੋਰੀਕਲ ਫੈਕਟਸ ਨੇ ਜੋ ਸਾਰੇ, ਜੀ ਉਸ ਦੇ ਵਿੱਚ ਇਸ ਚੀਜ਼ ਦਾ ਦੇਖੋ ਕਿਸੇ ਹਿਸਟੋਰੀਕਲ ਰਿਕਾਰਡ ਕਿਤਾਬ ਦੇ ਵਿੱਚ ਜੀ ਇਸ ਚੀਜ਼ ਦਾ ਜ਼ਿਕਰ ਨਹੀਂ ਮਿਲਦਾ ਕਿ ਜੋ ਗਿਆਨਵਾਪੀ ਮਸਜਿਦ ਹੈ ਜੀ ਇਹ ਉਸੇ ਜਗ੍ਹਾ ਤੇ ਬਣਾਈ ਗਈ ਹੈ ਜਿੱਥੇ ਔਰੰਗਜ਼ੇਬ ਨੇ ਮੰਦਿਰ ਨੂੰ ਢਵਾਇਆ ਸੀ, ਆਇਆ ਸੀ। ਬਿਲਕੁਲ। ਮੰਦਿਰ ਦਾ ਨੁਕਸਾਨ ਕੀਤਾ ਸੀ। ਜੀ 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 ਸੋ ਇਹ ਚੀਜ਼ ਹੈ ਜੋ ਇਸ ਦਾ ਫੈਸਲਾ ਤਾਂ ਜਾਂ ਇਤਿਹਾਸਕਾਰ ਆਪਣੀ ਰਿਸਰਚ ਕਰਕੇ ਕਰਨਗੇ ਜੀ ਕਿ ਇਹ ਮਸਜਿਦ ਉਸ ਜਗ੍ਹਾ ਤੇ ਬਣਾਈ ਗਈ ਹੈ ਜਾਂ ਨਹੀਂ, ਜੀ ਜੀ ਜਾਂ ਫਿਰ ਜੋ ਅਦਾਲਤਾਂ ਨੇ ਜੀ ਉਹ ਆਪਣਾ ਕੋਈ ਢੰਗ ਤਰੀਕਾ ਅਪਣਾ ਕੇ ਜੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਮਦਦ ਲੈ ਕੇ ਜੀ ਉਸ ਚੀਜ਼ ਜਗ੍ਹਾ ਦਾ ਮੁਆਇਨਾ ਕਰਕੇ ਇਸ ਨਤੀਜੇ ਤੇ ਪਹੁੰਚ ਸਕਦੇ ਆ ਜੀ ਕਿ ਉੱਥੇ ਮੰਦਿਰ ਸੀ ਜਾਂ ਨਹੀਂ ਸੀ। ਜਾਂ ਮਸਜਿਦ ਸੀ। ਜੀ ਜੀ ਭਾਮ ਸਾਹਿਬ, ਜਿਸ ਤਰ੍ਹਾਂ ਤੁਸੀਂ ਸਵਾਲ ਮੈਨੂੰ ਕੀਤਾ ਗਿਆਨਵਾਪੀ ਮਸਜਿਦ ਦਾ, ਜੀ ਹੁਣ ਤੁਸੀਂ ਭਾਮ ਸਾਹਿਬ ਇੱਕ ਮਸਜਿਦ ਹੋਣ ਦੇ ਨਾਤੇ ਇਹ ਨਾਮ ਬੜਾ ਹੈਰਾਨੀਜਨਕ ਹੈ। ਜੀ ਬਿਲਕੁਲ। ਕਈ ਲੋਕਾਂ ਨੂੰ ਬੜੀ ਹੈਰਾਨੀ ਹੁੰਦੀ ਹੈ ਹਾਂ ਵੀ ਗਿਆਨਵਾਪੀ ਦਾ ਮੁਸਲਮਾਨ ਭਾਈਚਾਰੇ ਨਾਲ ਕੀ ਸੰਬੰਧ ਹੋਇਆ। ਹਾਂਜੀ, ਕਿਉਂਕਿ ਗਿਆਨਵਾਪੀ ਜੋ ਹੈ ਉਹ ਇੱਕ ਸੰਸਕ੍ਰਿਤ ਦਾ ਸ਼ਬਦ ਹੈ ਜੀ, ਜੋ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਹੋਇਆ ਹੈ। ਇੱਕ ਤਾਂ ਦੇਖੋ ਗਿਆਨ, ਜਿਸ ਦਾ ਅਰਥ ਅਸੀਂ ਸਾਰੇ ਜਾਣਦੇ ਹਾਂ। ਬਿਲਕੁਲ। ਦੂਸਰਾ ਹੈ ਵਾਪੀ। ਜੀ ਵਾਪੀ ਦਾ ਮਤਲਬ ਹੁੰਦਾ ਹੈ ਖੂਹੀ। ਜੀ ਸੋ ਇਸ ਦਾ ਸ਼ਾਬਦਿਕ ਅਰਥ ਹੋਇਆ ਗਿਆਨ ਦੀ ਖੂਹੀ। ਜੀ ਸੋ ਇਹ ਕਿਸੇ ਮਸਜਿਦ ਲਈ ਇਹ ਬੜਾ ਅਜੀਬ ਨਾਮ ਲੱਗ ਸਕਦਾ ਹੈ ਕਿਉਂਕਿ ਇਹਦਾ ਸੰਬੰਧ ਸੰਸਕ੍ਰਿਤ ਨਾਲ ਹੈ। ਜੀ ਅਤੇ ਗਿਆਨਵਾਪੀ ਜੋ ਸ਼ਬਦ ਹੈ ਜੀ ਇਸ ਦਾ ਪੁਰਾਣਾਂ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ। ਬਿਲਕੁਲ। ਪਰ ਭਾਮ ਸਾਹਿਬ ਇਹ ਦੇਖੋ, ਇਹ ਹਿੰਦੁਸਤਾਨ ਦੀ ਖੂਬਸੂਰਤੀ ਵੀ ਇਹੀ ਹੈ। ਜੀ ਹਿੰਦੁਸਤਾਨ ਦੀ ਖੂਬਸੂਰਤੀ ਵੀ ਇਹੀ ਹੈ ਕਿ ਇੱਕ ਮਸਜਿਦ ਦਾ ਨਾਮ ਗਿਆਨਵਾਪੀ ਹੋ ਸਕਦਾ ਹੈ, ਜੀ ਸੰਸਕ੍ਰਿਤ ਵਿੱਚ ਉਹ ਹੋ ਸਕਦਾ ਹੈ, ਤੇ ਨਾ ਇਸ ਤੇ ਕਿਸੇ ਹਿੰਦੂ ਨੂੰ ਇਤਰਾਜ਼ ਹੈ, ਬਿਲਕੁਲ, ਨਾ ਕਿਸੇ ਮੁਸਲਿਮ ਭਾਈਚਾਰੇ ਨੂੰ ਅੱਜ ਤੱਕ ਇਸ ਦਾ ਇਤਰਾਜ਼ ਕੀਤਾ ਹੈ। ਬਿਲਕੁਲ ਬਿਲਕੁਲ। ਸੋ ਗਿਆਨਵਾਪੀ ਦੀ ਅਸੀਂ ਗੱਲ ਕਰ ਰਹੇ ਸੀ ਕਿ ਗਿਆਨਵਾਪੀ ਦਾ ਸ਼ਾਬਦਿਕ ਅਰਥ ਹੋਇਆ ਗਿਆਨ ਦੀ ਖੂਹੀ। ਖੂਹੀ। ਤੇ ਇਸ ਨਾਮ ਦੇ ਪਿੱਛੇ ਵੀ ਕਈ ਚਰਚਾਵਾਂ ਚੱਲਦੀਆਂ ਨੇ ਵੀ ਇਸ ਤਰ੍ਹਾਂ ਦਾ ਨਾਮ ਕਿਸ ਤਰ੍ਹਾਂ ਪਿਆ। ਪੈ ਗਿਆ। ਬਿਲਕੁਲ। ਇੱਕ ਤਾਂ ਤੁਸੀਂ ਦੇਖੋ ਜੋ ਬਨਾਰਸ ਸ਼ਹਿਰ ਹੈ ਜੀ, ਉਹ ਵਿੱਦਿਆ ਦਾ ਕੇਂਦਰ ਰਿਹਾ ਹੈ ਬਹੁਤ ਪੁਰਾਣੇ ਸਮਿਆਂ ਤੋਂ, ਹਜ਼ਾਰ ਸਾਲਾਂ ਤੋਂ। ਦੁਨੀਆ ਦੀ ਓਲਡੈਸਟ ਲਿਵਿੰਗ ਸਿਟੀ ਵੀ ਇਹਨੂੰ ਕਿਹਾ ਜਾਂਦਾ ਹੈ। ਜੀ ਜੀ। ਕਿ ਉਸ ਇਲਾਕੇ ਦੇ ਨਾਲ ਸੰਬੰਧ ਹੋਣ ਦੇ ਕਾਰਨ ਜੀ ਇਸ ਨੂੰ ਗਿਆਨਵਾਪੀ ਕਿਹਾ ਗਿਆ ਹੈ। ਦੂਸਰੀ ਚਰਚਾ ਇੱਕ ਇਹ ਵੀ ਆਉਂਦੀ ਹੈ ਕਿ ਜਿਸ ਤਰ੍ਹਾਂ ਅਸੀਂ ਔਰੰਗਜ਼ੇਬ ਦੀ ਗੱਲ ਕੀਤੀ, ਜੋ ਔਰੰਗਜ਼ੇਬ ਦਾ ਸਭ ਤੋਂ ਵੱਡਾ ਭਰਾ ਸੀ ਦਾਰਾ ਸ਼ਿਕੋ ਜੀ, ਕਿਉਂਕਿ ਸ਼ਾਹਜਹਾਨ ਦੇ 4 ਲੜਕੇ ਸੀ ਜੀ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਦਾਰਾ ਸ਼ਿਕੋ ਸੀ ਜੀ, ਜੋ ਉਸ ਨੂੰ ਬੜਾ ਪਿਆਰਾ ਸੀ ਜੀ ਜੀ, ਜਿਸ ਨੂੰ ਉਸਨੇ ਆਪਣਾ ਵਲੀ ਅਹਿਦ ਵੀ ਬਣਾਇਆ ਸੀ। ਵਲੀ ਅਹਿਦ ਹੁੰਦਾ ਜਿਸ ਨੂੰ ਆਪਾਂ ਹਿੰਦੀ ਦੇ ਵਿੱਚ ਕਹੀਏ ਯੁਵਰਾਜ ਜਾਂ ਉਸਦਾ ਹੇਅਰ ਐਪਰੈਂਟ ਜੀ ਜੀ। ਸੋ ਆਪਣਾ ਜੋ ਤਖਤ ਹੈ ਹਿੰਦੁਸਤਾਨ ਦਾ, ਉਸ ਦੇ ਉੱਤੇ ਦਾਰਾ ਸ਼ਿਕੋ ਨੂੰ ਬਿਠਾਉਣਾ ਚਾਹੁੰਦਾ ਸੀ ਜੀ। ਦਾਰਾ ਸ਼ਿਕੋ ਦਾ ਜੋ ਕਿਰਦਾਰ ਸੀ ਉਹ ਔਰੰਗਜ਼ੇਬ ਦੇ ਬਿਲਕੁਲ ਉਲਟ ਜੀ। ਉਹ ਜਿਸ ਸੂਫੀ ਸਿਲਸਿਲੇ ਨੂੰ ਉਹ ਮੰਨਦਾ ਸੀ ਉਹ ਬੜਾ ਹੀ ਸੈਕੂਲਰ, ਬੜਾ ਹੀ ਲਿਬਰਲ ਜੀ, ਖੁੱਲੇ ਵਿਚਾਰਾਂ ਵਾਲਾ ਜੀ ਸਿਲਸਿਲਾ ਸੀ। ਇਸ ਲਈ ਜੋ ਦਾਰਾ ਸ਼ਿਕੋ ਹੈ ਜੀ ਉਹ ਵੀ ਬੜੇ ਖੁੱਲੇ ਧਾਰਮਿਕ ਤੌਰ ਤੇ ਇੱਕ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਉਹ ਵਿਚਾਰ ਰੱਖਦਾ ਸੀ, ਸਭ ਧਰਮਾਂ ਦੀ ਉਹ ਇੱਜ਼ਤ ਕਰਦਾ ਸੀ ਜੀ ਜੀ। ਇਸ ਲਈ ਉਸਨੇ ਹਿੰਦੂ ਧਰਮ ਦੇ ਵਿੱਚ ਵੀ, ਸਨਾਤਨ ਧਰਮ ਦੇ ਵਿੱਚ ਉਸਨੇ ਬੜਾ ਇੰਟਰਸਟ ਦਿਖਾਇਆ ਜੀ। ਉਸਨੇ ਉਪਨਿਸ਼ਦਾਂ ਦਾ ਲੱਥਾ ਕਰਵਾਇਆ ਜੀ ਫਾਰਸੀ ਭਾਸ਼ਾ ਦੇ ਵਿੱਚ ਅਤੇ ਉਹਨਾਂ ਦਾ ਅਧਿਐਨ ਕੀਤਾ ਜੀ। ਅਤੇ ਉਹ ਗਿਆਨ ਹਾਸਲ ਕਰਨ ਵਾਸਤੇ ਉਹ
ਕਾਸ਼ੀ ਦੇ ਪੰਡਤਾਂ ਨੂੰ ਵੀ ਮਿਲਿਆ, ਜੀ ਬਨਾਰਸ ਵੀ ਗਿਆ। ਜੀ ਤੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਦਾਰਾ ਸ਼ਿਕੋਹ ਨੇ ਉਸ ਜਗ੍ਹਾ ਤੇ ਜਾ ਕੇ ਗਿਆਨ ਹਾਸਲ ਕੀਤਾ, ਜੀ ਇਸ ਲਈ ਉਸ ਨੂੰ ਗਿਆਨਵਾਪੀ ਕਿਹਾ ਗਿਆ ਹੈ। ਜੀ ਜੀ ਸੋ ਇਸ ਦੇ ਨਾਮ ਨੂੰ ਲੈ ਕੇ ਵੀ, ਨਾਮ ਦੇ ਇਤਿਹਾਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਚਰਚਾ ਹੈ। ਜੀ ਪਰ ਇਹ ਵੀ ਗੱਲ ਇਤਿਹਾਸ ਦੇ ਵਿੱਚ ਦਰਜ ਹੈ ਕਿ ਜਦ ਇਹ ਮਸਜਿਦ ਬਣਾਈ ਗਈ ਜੀ ਤਾਂ ਇਸ ਨੂੰ ਆਲਮਗੀਰੀ ਮਸਜਿਦ ਕਿਹਾ ਗਿਆ, ਜੀ ਕਿਉਂਕਿ ਔਰੰਗਜ਼ੇਬ ਦਾ ਨਾਮ, ਉਸ ਦਾ ਪੂਰਾ ਨਾਮ ਔਰੰਗਜ਼ੇਬ ਆਲਮਗੀਰ ਸੀ। ਜਦੋਂ ਤਖਤ ਤੇ ਬੈਠਾ ਤਾਂ ਉਸਨੇ ਆਪਣਾ ਨਾਮ ਇਸ ਤਰ੍ਹਾਂ ਜੋ ਹੈ ਉਹ ਰੱਖਿਆ ਸੀ। ਜੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਬਾਬਰੀ ਮਸਜਿਦ ਨੂੰ ਵੀ ਦੇਖੋ, ਬਾਬਰੀ ਮਸਜਿਦ ਵੀ ਬਾਬਰ ਨੇ ਖੁਦ ਨਹੀਂ ਬਣਾਈ ਸੀ, ਜੀ ਉਹ ਬਾਬਰ ਦੇ ਕਿਸੇ ਸਿਪਾ ਸਲਾਰ ਨੇ, ਕਿਸੇ ਨੇ ਬਣਾਈ ਸੀ, ਉਸਦੇ ਜਨਰਲ ਨੇ। ਜੀ ਜੀ ਤੇ ਉਸ ਨੂੰ ਵੀ, ਪਰ ਉਸ ਦਾ ਨਾਮ ਜੋ ਹੈ ਜੀ ਉਹ ਬਾਬਰੀ ਮਸਜਿਦ ਰੱਖਿਆ ਗਿਆ। ਜੀ ਇਸੇ ਤਰ੍ਹਾਂ ਔਰੰਗਜ਼ੇਬ ਦੇ ਜ਼ਮਾਨੇ ਦੇ ਵਿੱਚ ਇਹ ਮਸਜਿਦ ਬਣੀ ਗਈ, ਇਸ ਨੂੰ ਆਲਮਗੀਰੀ ਮਸਜਿਦ ਕਿਹਾ ਜਾਂਦਾ ਸੀ। ਜੀ 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 ਪਰ ਬਾਅਦ ਦੇ ਵਿੱਚ ਚੱਲ ਕੇ ਫਿਰ ਇਸ ਦਾ ਨਾਮ ਜੋ ਹੈ ਜੀ ਉਹ ਗਿਆਨਵਾਪੀ ਮਸਜਿਦ ਪੈ ਗਿਆ। ਗਿਆਨਵਾਪੀ ਮਸਜਿਦ ਹੋ ਗਿਆ। ਜੀ। ਜੀ 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 ਲਵਲੀਨ ਜੀ, ਇਹ ਕਿਉਂਕਿ ਇਹ ਤਾਂ ਹੋ ਗਿਆ ਇਹਦੇ ਹਵਾਲੇ, ਜਿਹਨੂੰ ਆਪਾਂ ਕਹਿ ਸਕਦੇ ਆ ਇਤਿਹਾਸ ਦੇ ਹਵਾਲੇ ਕਹਿ ਸਕਦੇ ਆ। ਜੀ। ਇਹਦਾ ਕਾਨੂੰਨੀ ਪੱਖ ਕੀ ਹੈ ਜੀ ਇਹ ਸਾਰੇ ਮਸਲੇ ਦਾ? ਹੁਣ ਜੇ ਅਸੀਂ ਕਾਨੂੰਨੀ ਪੱਖ ਦੀ ਗੱਲ ਕਰੀਏ ਭੰਮ ਸਾਹਿਬ, ਜੀ ਇੱਕ ਤਾਂ ਦੇਖੋ ਜੋ ਮਸਲਾ ਹੈ, ਜੋ ਅਸੀਂ ਚਰਚਾ ਕੀਤੀ ਜੀ ਵੀ ਉੱਥੇ ਮੰਦਿਰ ਸੀ ਜਾਂ ਨਹੀਂ ਸੀ, ਤਾਂ ਮੰਦਿਰ ਨੂੰ ਗਿਰਾ ਕੇ ਉਸ ਜਗ੍ਹਾ ਤੇ ਬਣਾਇਆ ਗਿਆ ਜੀ ਮਸਜਿਦ ਨੂੰ, ਜੀ ਇਸ ਗੱਲ ਦਾ ਫੈਸਲਾ ਤਾਂ ਜਾਂ ਇਤਿਹਾਸਕਾਰ ਕਰਨਗੇ ਜੀ। ਜਾਂ ਅਦਾਲਤਾਂ ਕਰਨਗੀਆਂ। ਜੀ ਬਿਲਕੁਲ। ਪਰ ਜੋ ਕਾਨੂੰਨ ਹੈ ਜਾਂ ਜੋ ਸਟੇਟ ਹੈ ਭੰਮ ਸਾਹਿਬ, ਉਸ ਦਾ ਆਪਦਾ ਇੰਟਰਸਟ ਹੈ ਜੀ। ਇਸ ਚੀਜ਼ ਦੇ ਵਿੱਚ, ਜੀ ਜੀ ਕਿਉਂਕਿ ਜੋ ਕਾਨੂੰਨਦਾਨ ਨੇ, ਜਿਸ ਨੇ ਸਰਕਾਰ ਚਲਾਉਣੀ ਹੈ, ਜਿਸ ਨੇ ਮੁਲਕ ਚਲਾਉਣਾ ਹੈ, ਜੀ ਉਸ ਨੇ ਸਮਾਜ ਦੇ ਵਿੱਚ ਇੱਕ ਵਿਵਸਥਾ ਬਣਾ ਕੇ ਰੱਖਣੀ ਹੈ, ਜੀ ਕਾਨੂੰਨ ਦੀ ਵਿਵਸਥਾ ਬਣਾ ਕੇ ਰੱਖਣੀ ਹੈ, ਬਿਲਕੁਲ। ਸ਼ਾਂਤੀ ਬਣਾ ਕੇ ਰੱਖਣੀ ਹੈ। ਹੂੰ ਸੋ ਜਦੋਂ ਬਾਬਰੀ ਮਸਜਿਦ ਦਾ ਮਸਲਾ ਹੂੰ ਲੇਟ 80s ਦੇ ਵਿੱਚ ਜਾ ਕੇ ਉਸ ਮਸਲੇ ਨੇ ਤੂਲ ਫੜੀ, ਜੀ ਉਸ ਮਸਲੇ ਨੇ ਗਰਮੀ ਫੜੀ, ਜੀ ਤਾਂ ਹਿੰਦੁਸਤਾਨ ਦੇ ਵਿੱਚ ਇੱਕ ਬੜਾ ਹੀ ਫਿਰਕੂ ਮਾਹੌਲ ਜੀ ਕ੍ਰੀਏਟ ਹੋ ਗਿਆ ਸੀ। ਜੀ 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 ਦੋ ਧਰਮਾਂ ਦੇ ਵਿੱਚ ਬਹੁਤ ਫਾਸਲਾ ਵੱਧ ਗਿਆ ਸੀ ਜੀ ਤੇ ਦੰਗੇ ਫਸਾਦ ਤੱਕ ਵੀ ਗੱਲ ਪਹੁੰਚ ਗਈ ਸੀ, ਜੀ ਜਿਸ ਦਾ ਕੀ ਨਤੀਜਾ ਅਸੀਂ ਦੇਖਿਆ ਕਿ 6 ਦਸੰਬਰ 1992 ਨੂੰ, ਉਹ ਜੋ ਕਾਲਾ ਦਿਨ ਮੈਂ ਸਮਝਦਾ ਜੀ ਭਾਰਤ ਦੇ ਇਤਿਹਾਸ ਵਿੱਚ, ਜੀ ਜਦੋਂ ਬਾਬਰੀ ਮਸਜਿਦ ਨੂੰ ਗਿਰਾਇਆ ਗਿਆ ਤੇ ਲੋਕਾਂ ਨੇ ਨੈਸ਼ਨਲ ਟੈਲੀਵਿਜ਼ਨ ਦੇ ਉੱਤੇ ਜੀ ਉਸ ਨੂੰ ਲਾਈਵ ਦੇਖਿਆ। ਜੀ ਸਭ ਕੁਝ ਹੋਣ ਦੇ ਬਾਵਜੂਦ, ਜੀ ਕਾਨੂੰਨ ਹੋਣ ਦੇ ਬਾਵਜੂਦ, ਜੀ ਪੁਲਿਸ ਫੌਜ ਹੋਣ ਦੇ ਬਾਵਜੂਦ, ਜੀ ਸੁਪਰੀਮ ਕੋਰਟ ਨੇ ਉਸ ਦਾ ਨੋਟਿਸ ਵੀ ਪਹਿਲਾਂ ਲਿਆ ਸੀ ਜੀ ਤੇ ਜੋ ਉਸ ਸਮੇਂ ਦੇ ਮੁੱਖ ਮੰਤਰੀ ਸੀ ਕਲਿਆਣ ਸਿੰਘ, ਜੀ ਉਹਨਾਂ ਨੇ ਹਲਫੀਆ ਬਿਆਨ ਸੁਪਰੀਮ ਕੋਰਟ ਦੇ ਵਿੱਚ ਦਿੱਤਾ ਸੀ ਕਿ ਅਸੀਂ ਬਾਬਰੀ ਮਸਜਿਦ ਦਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ। ਜੀ ਉਸ ਦੇ ਬਾਵਜੂਦ ਜੀ ਬਾਬਰੀ ਮਸਜਿਦ ਨੂੰ ਨੈਸ਼ਨਲ ਟੈਲੀਵਿਜ਼ਨ ਦੇ ਉੱਤੇ ਲਾਈਵ ਲੋਕਾਂ ਨੇ ਤਹਿਸ ਨਹਿਸ ਹੁੰਦੇ ਦੇਖਿਆ। ਜੀ ਸੋ ਇਸ ਸਾਰੇ ਮਾਹੌਲ ਨੂੰ ਦੇਖਦੇ ਹੋਇਆ ਭੰਮ ਸਾਹਿਬ, ਜੀ ਜੋ ਸਮੇਂ ਦੀ ਸਰਕਾਰ ਸੀ, ਜੀ ਉਸਨੇ ਪਲੇਸਿਸ ਆਫ ਵਰਸ਼ਿਪ ਐਕਟ 1991 ਜੀ ਪਾਸ ਕੀਤਾ ਸੀ, ਜੀ ਜੀ ਜਿਸ ਦੇ ਵਿੱਚ ਕੀ ਇਹ ਗੱਲ ਕਹੀ ਗਈ ਸੀ ਕਿ ਜੋ ਧਾਰਮਿਕ ਸਥਲ ਨੇ ਪੂਜਾ ਦੇ ਜਾਂ ਆਪਣੀ ਇਬਾਦਤ ਦੇ, ਜੀ ਜੋ 15 ਅਗਸਤ 1947 ਨੂੰ ਜੋ ਉਹਨਾਂ ਦੀ ਸਥਿਤੀ ਸੀ, ਜੀ ਉਹਨਾਂ ਦੀ ਉਹੀ ਯਥਾ ਸਥਿਤੀ ਬਣਾਈ ਰੱਖੀ ਜਾਵੇਗੀ। ਜੀ 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 ਕਿਸੇ ਵੀ ਧਾਰਮਿਕ ਸਥਲ ਦਾ ਜੋ ਨੇਚਰ ਹੈ, ਜੋ ਉਸਦਾ, ਉਹ ਚੇਂਜ ਨਹੀਂ ਕੀਤਾ ਜਾਵੇਗਾ। ਜੀ 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 ਬਿਲਕੁਲ। ਸੋ ਇਹ ਕਾਨੂੰਨ ਪਾਸ ਕਰ ਦਿੱਤਾ ਗਿਆ ਸੀਗਾ ਉਸ ਸਮੇਂ ਦੀ ਸਰਕਾਰ ਦੇ ਵਿੱਚ। ਜੀ ਜੋ ਰਾਮ ਜਨਮ ਭੂਮੀ ਦਾ ਮਸਲਾ ਹੈ, ਜੀ ਉਸ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਸੀ, ਕਿਉਂਕਿ ਉਹ ਕੋਰਟ ਦੇ ਵਿੱਚ ਆਲਰੇਡੀ ਜੋ ਮਸਲਾ ਹੈ ਜੀ ਉਹ ਪੈਂਡਿੰਗ ਸੀ। ਜੀ ਤੇ ਦੂਸਰਾ ਜੋ ਆਰਕੀਓਲੋਜੀਕਲ ਜੋ ਪੁਰਾਣੀਆਂ ਸਾਈਟਸ ਨੇ, ਜੋ ਬਹੁਤ ਪੁਰਾਤਨ ਨੇ, ਜੋ ਆਰਕੀਓਲੋਜੀਕਲ ਲਾਅ ਦੇ ਅੰਡਰ ਆਉਂਦੀਆਂ ਨੇ, ਜੀ ਜੀ ਉਹਨਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਸੀ। ਜੀ 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 ਹੁਣ ਭੰਮ ਸਾਹਿਬ, ਕਾਨੂੰਨੀ ਤੌਰ ਉੱਤੇ ਦੇਖਣ ਵਾਲੀ ਗੱਲ ਇਹ ਹੈ ਜੀ ਕਿ ਜਦੋਂ 1991 ਦੇ ਵਿੱਚ ਪਲੇਸਿਸ ਆਫ ਵਰਸ਼ਿਪ ਐਕਟ ਪਾਸ ਹੋ ਚੁੱਕਿਆ ਹੈ ਜੀ ਤੇ ਉਹ ਸਰਕਾਰ ਤੇ ਉਹ ਕਹਿ ਚੁੱਕੀ ਹੈ, ਜੋ ਇੰਟੈਂਸ਼ਨ ਆਫ ਦਾ ਲੈਜਿਸਲੇਚਰ ਇਜ਼ ਕਲੀਅਰ, ਜੀ ਕਿ ਕਿਸੇ ਵੀ ਧਾਰਮਿਕ ਸਥਲ ਦਾ ਜੋ ਫੇਰ ਬਦਲ ਉਸ ਦੇ ਵਿੱਚ ਨਹੀਂ ਕੀਤਾ ਜਾਵੇਗਾ। ਜੀ 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 ਬਿਲਕੁਲ। ਤਾਂ ਫਿਰ ਜੋ ਅਦਾਲਤਾਂ ਨੇ ਹੁਣ, ਜੀ ਉਹਨਾਂ ਨੇ ਇਹ ਜੋ ਮੁਕੱਦਮੇ ਹੈ ਉਹ ਕਿਸ ਤਰ੍ਹਾਂ ਇਹਨੂੰ ਸੈੱਟ ਅਸੈਪਟ ਕੀਤੇ, ਕਿਵੇਂ ਕਰ ਲਏ? ਹਾਂ ਬਿਲਕੁਲ, ਬਹੁਤ ਇਹ ਵੱਡੀ ਸੋਚਣ ਦੀ ਗੱਲ ਹੈ। ਇਸ ਬਾਰੇ ਜੁਡੀਸ਼ਰੀ ਨੂੰ ਵੀ ਸੋਚਣਾ ਪਵੇਗਾ ਜੀ ਕਿ ਕਿਸ ਤਰ੍ਹਾਂ ਉਹ ਕੀ ਜਸਟੀਫਿਕੇਸ਼ਨ ਇਹਦੀ ਦਿੰਦੇ ਆ, ਜੀ ਜੀ ਇਹ ਵੀ ਸਾਨੂੰ ਦੇਖਣਾ ਪਵੇਗਾ। ਜੀ ਜੀ ਕਿਉਂਕਿ ਗਿਆਨਵਾਪੀ ਦੇ ਨਾਲ ਹੁਣ ਦੇਖੋ ਕਿ ਮਥੁਰਾ ਦੇ ਵਿੱਚ ਜੋ ਭਗਵਾਨ ਕ੍ਰਿਸ਼ਨ ਦੀ ਜਨਮ ਭੂਮੀ ਹੈ, ਜੀ ਉਸ ਦੇ ਨਾਲ ਇੱਕ ਸ਼ਾਹੀ ਈਦਗਾਹ ਹੈ, ਜੀ ਉਸ ਦਾ ਕੇਸ ਵੀ ਕੋਰਟ ਦੇ ਵਿੱਚ ਐਕਸੈਪਟ ਕਰ ਲਿਆ ਗਿਆ ਹੈ। ਜੀ 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 ਸੋ ਉਸ ਦੇ ਉੱਤੇ ਵੀ ਇੱਕ ਨਵਾਂ ਵਿਵਾਦ ਹੁਣ ਛਿੜਨ ਦੀ ਜੋ ਪੂਰੀ ਆਸ ਹੈ, ਬਿਲਕੁਲ ਬਿਲਕੁਲ ਉਹ ਵੱਜ ਗਈ ਹੈ। ਜੀ ਪਰ ਹੁਣ ਇਹ ਅਦਾਲਤਾਂ ਨੇ ਦੇਖਣਾ ਹੈ ਕਿ ਇਸ ਕਾਨੂੰਨ ਦੇ ਹੁੰਦੇ ਹੋਏ, ਜੀ 1991 ਦੇ ਕਾਨੂੰਨ ਦੇ ਹੁੰਦੇ ਹੋਏ, ਜੀ ਇਹਨਾਂ ਕੇਸਾਂ ਨੂੰ ਐਡਮਿਟ ਕਰਕੇ ਜੀ ਉਹ ਕਿੱਥੇ ਤੱਕ ਇਹਨਾਂ ਨੂੰ ਲਿਜਾਣਗੇ ਜਾਂ ਕਿਸ ਤਰ੍ਹਾਂ ਫੈਸਲਾ ਦੇਣਗੇ। ਜੀ ਸੋ ਇਹ
ਇਸ ਤੋਂ ਪਹਿਲਾਂ ਵੀ ਜਦੋਂ ਦੇਸ਼ ਦੀ ਵੰਡ ਹੋਈ ਹੈ ਜੀ, ਜੀ ਉਹ ਵੰਡ ਦੇ ਵਿੱਚ ਉਦੋਂ ਵੀ ਇਹਨਾਂ ਦਾ ਵਾਅਦਾ ਕੋਈ ਹੋਇਆ ਸੀ ਇਸ ਤਰ੍ਹਾਂ ਦਾ ਕਿ ਇੱਕ ਦੂਜੇ ਦੇ ਜਿਹੜੇ ਧਾਰਮਿਕ ਸਥਾਨ ਜਿਹੜੇ ਕੁਝ ਉੱਧਰ ਰਹਿ ਗਏ, ਕੁਝ ਇੱਧਰ ਰਹਿ ਗਏ, ਵੀ ਉਹਨਾਂ ਨੂੰ ਛੇੜਛਾੜ ਨਹੀਂ ਹੋਊਗੀ, ਉਦੋਂ ਵੀ ਕੁਝ ਹੋਇਆ ਸੀ ਜੀ ਇਸ ਤਰ੍ਹਾਂ? ਜੀ, ਇਹਦੇ ਨਾਲ ਨਾਲ ਭੰਮ ਸਾਹਿਬ ਇੱਕ اخلاقی ਫਰਜ਼ ਵੀ ਬਣਦਾ ਹੈ। ਹਾਂ, ਬਣਦਾ, ਬਿਲਕੁਲ ਬਿਲਕੁਲ। ਕਾਨੂੰਨ ਦੀ ਗੱਲ ਤਾਂ ਇੱਕ ਪਾਸੇ ਹੈ ਜੀ ਜੀ। ਪਰ ਇਹ اخلاقی ਫਰਜ਼ ਵੀ ਬਣਦਾ ਹੈ, ਚਾਹੇ ਉਹ ਪਾਕਿਸਤਾਨ ਹੈ, ਚਾਹੇ ਹਿੰਦੁਸਤਾਨ ਹੈ, ਕੋਈ ਵੀ ਮੁਲਕ ਹੈ। ਬਿਲਕੁਲ। ਹਰੇਕ ਧਰਮ ਦੇ, ਕਿਉਂਕਿ ਹਿੰਦੁਸਤਾਨ ਦਾ ਦੇਖੋ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਇੱਕ ਧਾਰਮਿਕ ਆਜ਼ਾਦੀ ਹੈ। ਜੀ ਜੀ। ਸੋ ਜਿੰਨੇ ਵੀ ਧਰਮ ਸਥਾਨ ਨੇ ਸਾਰੇ ਕਿਸੇ ਵੀ ਧਰਮ ਦੇ ਨੇ ਜੀ। ਸੋ ਉਹਨਾਂ ਦੀ ਇੱਜ਼ਤ ਕਰਨਾ ਤੇ ਉਹਨਾਂ ਦਾ ਯਥਾ ਸਥਿਤੀ ਬਣਾਏ ਰੱਖਣਾ ਜੀ ਤੇ ਉਹਨਾਂ ਦੀ ਮੇਨਟੇਨੈਂਸ ਕਰਨਾ, ਉਹ ਵੈਸੇ ਵੀ ਸਾਡਾ ਅਖਲਾਕੀ ਉਹ ਸਭ ਦਾ ਇੱਕ اخلاقی ਫਰਜ਼ ਹੈ ਹਰੇਕ ਧਰਮ ਦੀ, ਹਰੇਕ ਧਰਮ ਸਥਲ ਦੀ ਇੱਜ਼ਤ ਕਰਨਾ ਜੀ। ਸੋ ਲਵਲੀਨ ਜੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹ ਜਿਹੜੀ ਹੁਣ ਮੁਕੱਦਮੇਬਾਜ਼ੀ ਸ਼ੁਰੂ ਹੋ ਗਈ ਹੈ ਜੀ, ਇਸ ਮੁਕੱਦਮੇਬਾਜ਼ੀ ਦਾ ਸਾਡੇ ਸਮਾਜਿਕ ਤਾਣੇ ਬਾਣੇ ਤੇ ਕਿਹੋ ਜਿਹਾ ਅਸਰ ਪਊਗਾ ਜੀ? ਕੀ ਹੁਣ ਹੋਊਗਾ ਜੀ? ਭੰਮ ਸਾਹਿਬ, ਇਹ ਸਵਾਲ ਬੜਾ ਜ਼ਰੂਰੀ ਹੈ। ਮੈਂ ਕਹਿੰਦਾ ਕਾਨੂੰਨੀ ਸਵਾਲ ਦੇ ਨਾਲੋਂ ਜੋ ਸਮਾਜ ਦੇ ਬਾਰੇ ਤੁਸੀਂ ਇਹ ਸਵਾਲ ਪੁੱਛਿਆ, ਸਾਡੇ ਤਾਣੇ ਬਾਣੇ ਦਾ ਉਲਝਣਾ ਬਹੁਤ ਇਸ ਸਵਾਲ ਦਾ ਜਵਾਬ ਦੇਣਾ ਜ਼ਿਆਦਾ ਜ਼ਰੂਰੀ ਹੈ। ਜੀ ਜੀ। ਕਿਉਂਕਿ ਜੇ ਸਮਾਜਿਕ ਤਾਣੇ ਬਾਣੇ ਤੇ ਜੋ ਅਸਰ ਹੈ ਜੀ, ਉਸ ਨੂੰ ਸਮਝਣ ਲਈ ਸਾਨੂੰ ਪਹਿਲਾਂ ਇਹ ਸਮਝਣਾ ਪਵੇਗਾ ਕਿ ਸਾਡਾ ਜੋ ਭਾਰਤੀ ਸਮਾਜ ਹੈ ਜੀ, ਉਹ ਹੈ ਕਿਸ ਤਰ੍ਹਾਂ ਦਾ। ਜੀ ਭੰਮ ਸਾਹਿਬ, ਜੋ ਇੱਕ ਮੈਂ ਛੋਟੀ ਜਿਹੀ ਉਦਾਹਰਨ ਤੁਹਾਨੂੰ ਦਿੰਦਾ ਜੀ ਕਿ ਲਾਹੌਰ ਦੇ ਵਿੱਚ ਇੱਕ ਬੜੇ ਵੱਡੇ ਸੂਫੀ ਸੰਤ ਪੰਜਾਬ ਦੇ ਹੋਇਆ ਕਰਦੇ ਸੀ, ਜਿਨ੍ਹਾਂ ਦਾ ਨਾਮ ਸੀ ਸ਼ਾਹ ਹੁਸੈਨ ਜੀ। ਉਹਨਾਂ ਦਾ ਅਸੀਂ ਅੱਜ ਵੀ ਉਹਨਾਂ ਦਾ ਕਲਾਮ ਹੈ ਜੋ ਪੜ੍ਹਦੇ ਹਾਂ, ਬਹੁਤ ਸੂਫੀ ਜੋ ਲੋਕ ਹੈ ਜੀ ਜੀ, ਉਹਨਾਂ ਦਾ ਕਲਾਮ ਗਾਇਆ ਕਰਦੇ ਆ ਤੇ ਸਾਰੇ ਪੰਜਾਬ ਦੇ ਵਿੱਚ ਵੀ ਬੜਾ ਮਕਬੂਲ ਰਹਿੰਦਾ ਹੈ। ਬਿਲਕੁਲ। ਸੋ ਉਹਨਾਂ ਦਾ ਇੱਕ ਮਿੱਤਰ ਸੀ ਮਾਧੋ ਦਾਸ ਜੀ, ਉਹ ਇੱਕ ਦੁਕਾਨਦਾਰ ਸੀ ਲਾਹੌਰ ਦੇ ਵਿੱਚ। ਜੀ ਜੀ। ਸੋ ਇੱਕ ਦਿਨ ਜੋ ਮਾਧੋ ਦਾਸ ਹੈ ਜੀ, ਉਹਦੇ ਮਨ ਦੇ ਵਿੱਚ ਇੱਕ ਵਲਵਲਾ ਉੱਠਿਆ ਜੀ। ਉਹ ਕਹਿੰਦਾ ਕਿ ਜੋ ਸ਼ਾਹ ਹੁਸੈਨ ਹੈ ਜੀ, ਇਹ ਬੜਾ ਵੱਡਾ ਸੂਫੀ ਹੈ, ਬਿਲਕੁਲ ਇਸ ਨੂੰ ਦੁਨੀਆ ਮੰਨਦੀ ਹੈ, ਲੋਕ ਇਸ ਦੇ ਜੋ ਕਲਾਮ ਹੈ ਉਹਨੂੰ ਪੜ੍ਹਦੇ ਹੈ, ਬਿਲਕੁਲ। ਪਰ ਮੈਂ ਇੱਕ ਮਾਧੋ ਦਾਸ ਦੁਕਾਨਦਾਰ ਹਾਂ, ਵੀ ਸ਼ਾਹ ਹੁਸੈਨ ਦਾ ਨਾਮ ਤਾਂ ਰਹਿੰਦੀ ਦੁਨੀਆ ਤੱਕ ਰਹੂਗਾ, ਬਿਲਕੁਲ ਬਿਲਕੁਲ। ਪਰ ਮੈਨੂੰ ਮਾਧੋ ਦਾਸ ਨੂੰ ਕਿਸੇ ਨੇ ਯਾਦ ਨਹੀਂ ਕਰਨਾ। ਨੈਚੁਰਲੀ, ਹਾਂ ਬਿਲਕੁਲ। ਮੈਂ ਤਾਂ ਇੱਕ ਦੁਕਾਨਦਾਰ ਹਾਂ, ਹੋਇਆ ਕਿ ਨਾ ਹੋਇਆ। ਬਿਲਕੁਲ। ਇਹ ਗੱਲ, ਇਹ ਸਮੱਸਿਆ ਲੈ ਕੇ ਉਹ ਆਪਣੇ ਦੋਸਤ ਸ਼ਾਹ ਹੁਸੈਨ ਕੋਲ ਚਲਿਆ ਗਿਆ ਜੀ। ਉਸਨੇ ਸ਼ਾਹ ਹੁਸੈਨ ਨੂੰ ਜਾ ਕੇ ਸਾਰੀ ਜੋ ਕਹਾਣੀ ਉਹ ਦੱਸੀ, ਆਪਦੇ ਮਨ ਦਾ ਵਹਿਮ ਦੱਸਿਆ ਜਿਹੜਾ ਕਿ ਤੁਸੀਂ ਤਾਂ ਸੂਫੀ ਹੋ ਏਡੇ ਵੱਡੇ, ਤੇ ਤੁਸੀਂ ਤਾਂ ਜਦ ਇਸ ਜਹਾਨ ਤੋਂ ਕੂਚ ਵੀ ਕਰ ਗਏ ਜੀ, ਤਾਂ ਤੁਹਾਡੇ ਉਰਸ ਲੱਗਿਆ ਕਰਨਗੇ, ਇੱਥੇ ਕਵਾਲੀਆਂ ਹੋਇਆ ਕਰਨਗੀਆਂ, ਲੋਕ ਇਕੱਠੇ ਹੋਇਆ ਕਰਨਗੇ, ਆਪਣੀਆਂ ਮੰਨਤਾਂ ਮਨਾਇਆ ਕਰਨਗੇ, ਪਰ ਮੈਂ ਮਾਧੋ ਦਾਸ ਹਾਂ ਜੀ, ਮਾਧੋ ਦਾਸ ਦੁਕਾਨਦਾਰ ਹੈ, ਮੈਂ ਮਰ ਗਿਆ ਕੱਲ ਨੂੰ ਕਿਹਨੇ ਯਾਦ ਕਰਨਾ ਵੀ ਮਾਧੋ ਦਾਸ ਇੱਥੇ ਹੋਇਆ ਕਿ ਨਾ ਹੋਇਆ। ਬਿਲਕੁਲ। ਉਹ ਸ਼ਾਹ ਹੁਸੈਨ ਨੇ ਆਪਣੇ ਦੋਸਤ ਦੀ 2 ਮਿੰਟ ਇਹ ਗੱਲ ਸੁਣੀ ਤੇ ਫਿਰ ਝੱਟ ਦੇਣੇ ਕਿਹਾ ਕਿ ਜੇ ਤੈਨੂੰ ਇਸ ਗੱਲ ਦੀ ਫਿਕਰ ਹੈ ਕਿ ਤੈਨੂੰ ਕਿਸੇ ਨੇ ਯਾਦ ਨਹੀਂ ਕਰਨਾ ਤੇ ਮੇਰਾ ਨਾਂ ਰਹੂਗਾ, ਤਾਂ ਜਾ ਅੱਜ ਤੋਂ ਮੇਰਾ ਨਾਮ ਮਾਧੋ ਦਾਸ ਹੁਸੈਨ। ਮਾਧੋ ਦਾਸ ਹੁਸੈਨ ਹੋ ਗਿਆ। ਬਿਲਕੁਲ। ਸੋ ਇਹ ਧਰਤੀ ਭੰਮ ਸਾਹਿਬ, ਇਹ ਮੁਲਕ ਹੈ ਜੋ ਇਹ ਮਾਧੋ ਦਾਸ ਹੁਸੈਨ ਦੀ ਧਰਤੀ ਹੈ। ਬਿਲਕੁਲ। ਜਿੱਥੇ ਇੱਕ ਸ਼ਾਹ ਹੁਸੈਨ ਮਾਧੋ ਦਾਸ ਹੁਸੈਨ ਹੋ ਸਕਦਾ ਹੈ, ਬਿਲਕੁਲ, ਤੇ ਉਸ ਨੂੰ ਦੁਨੀਆ ਵੀ ਫਿਰ ਮਾਧੋ ਦਾਸ ਹੁਸੈਨ ਕਰਕੇ ਹੀ ਜਾਣਦੀ ਹੈ। ਜੀ ਜੀ ਜੀ। ਸੋ ਇਸ ਤਰ੍ਹਾਂ ਦਾ ਸਮਾਜਿਕ ਭਾਈਚਾਰਾ ਜੀ, ਧਰਮਾਂ ਤੋਂ ਉੱਪਰ ਉੱਠ ਕੇ ਜੀ, ਸਾਡੇ ਮੁਲਕ ਦੇ ਵਿੱਚ ਰਿਹਾ ਹੈ ਬਿਲਕੁਲ, ਤੇ ਅੱਜ ਵੀ ਹੈ। ਜੀ। ਹੁਣ ਤੁਸੀਂ ਦੇਖੋ ਕਿ ਸਾਰੀ ਦੁਨੀਆ ਦੇ ਲਈ ਜੋ ਭਾਰਤ ਹੈ ਜੀ, ਉਹ ਇੱਕ ਧਾਰਮਿਕ ਸਦਭਾਵਨਾ ਦੇ ਲਈ ਵੱਖ-ਵੱਖ ਧਰਮਾਂ ਦੇ, ਸਾਰੇ ਧਰਮਾਂ ਦੇ, ਜਾਤਾਂ ਦੇ, ਮਜ਼ਹਬਾਂ ਦੇ, ਰੰਗਾਂ ਦੇ, ਨਸਲਾਂ ਦੇ, ਜੀ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ, ਵੱਖ-ਵੱਖ ਖਾਣੇ ਖਾਣ ਵਾਲੇ, ਵੱਖ-ਵੱਖ ਪਹਿਰਾਵੇ ਪਹਿਨਣ ਵਾਲੇ, ਜੀ, ਸਾਰੇ ਲੋਕ ਭਾਰਤ ਦੇ ਵਿੱਚ ਰਹਿੰਦੇ ਆ। ਜੀ, ਬੜੀ ਸ਼ਾਂਤੀ ਨਾਲ ਰਹਿੰਦੇ ਆ, ਬੜੇ ਆਪਸ ਦੇ ਵਿੱਚ ਪ੍ਰੇਮ ਪਿਆਰ ਨਾਲ ਰਹਿੰਦੇ ਆ। ਹੂੰ। ਸੋ ਇਹ ਦੁਨੀਆ ਦੇ ਲਈ ਇੱਕ ਮਿਸਾਲ ਹੈ, ਸਾਰੀ ਦੁਨੀਆ ਦੇ ਲਈ ਜੋ ਸਾਡੀ ਭਾਰਤ ਦੀ ਸਭਿਅਤਾ ਹੈ। ਬਿਲਕੁਲ। ਕਿਉਂਕਿ ਮੈਨੂੰ ਇੱਥੇ ਇੱਕ ਕੈਨੇਡੀਅਨ ਇੱਕ ਬੰਦੇ ਨੂੰ ਮੈਨੂੰ ਇੱਥੇ ਮਿਲਣ ਦਾ ਮੌਕਾ ਮਿਲਿਆ ਜੀ, ਤਾਂ ਉਹਨਾਂ ਨੇ ਆ ਕੇ ਮੈਨੂੰ ਇੱਕ ਗੱਲ ਦੱਸੀ ਕਿ ਅਸੀਂ ਪੰਜਾਬ ਗਏ ਸੀ, ਜੀ, ਉੱਥੇ ਕਿਸੇ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਗਏ ਸੀ। ਹੂੰ। ਉੱਥੇ ਜਾ ਕੇ ਕਹਿੰਦੇ ਅਸੀਂ ਦੇਖਿਆ ਕਿ ਕੁਝ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਹੂੰ। ਉਹ ਉੱਥੇ ਮੱਥਾ ਟੇਕ ਰਹੇ ਆ। ਹੂੰ। ਉਹ ਇਸ ਚੀਜ਼ ਨੂੰ ਲੈ ਕੇ ਬੜੇ ਹੈਰਾਨ ਹੋਏ, ਹੂੰ। ਕਿਉਂਕਿ ਵੈਸਟ ਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੇ ਇਹ ਚੀਜ਼ ਦੇਖੀ ਨਹੀਂ ਹੂੰ। ਕਿ ਕੋਈ ਵੱਖ ਧਰਮ ਦਾ ਬੰਦਾ ਕਿਸੇ ਹੋਰ ਧਰਮ ਦੇ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਮੱਥਾ ਟੇਕ ਰਿਹਾ, ਕਿਉਂਕਿ ਇੱਥੇ ਤਾਂ ਹੋਰ ਤਰ੍ਹਾਂ ਉਹਨਾਂ ਨੂੰ ਸਮਝਾਇਆ ਜਾਂਦਾ ਸਾਰੀ ਗੱਲ ਨੂੰ। ਤੇ ਪਰ ਜੋ ਅਸੀਂ ਜੋ ਸਮਾਜ ਦੇ ਵਿੱਚ ਰਹਿਣ ਵਾਲੇ ਆ, ਜੀ, ਉੱਥੇ ਵਿਚਰਨ ਵਾਲੇ ਆ, ਜੀ, ਸਾਡੇ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ। ਬਿਲਕੁਲ। ਸਾਡੇ ਲਈ ਤਾਂ ਇਹ ਆਮ ਗੱਲ ਹੈ ਕਿ ਕੋਈ ਮੁਸਲਿਮ ਭਾਈਚਾਰੇ ਦਾ
ਕੋਈ ਸ਼ਖਸ ਕੋਈ ਗੁਰਦੁਆਰੇ ਚਲਿਆ ਜਾਵੇ, ਕੋਈ ਸਿੱਖ ਨੈਣਾ ਦੇਵੀ ਚਲਿਆ ਜਾਵੇ ਜੀ ਤੇ ਕੋਈ ਹਿੰਦੂ ਭਰਾ ਦਰਬਾਰ ਸਾਹਿਬ ਚਲਿਆ ਜਾਵੇ ਨਤਮਸਤਕ ਹੋਣ। ਜੀ ਜੀ ਸਾਡੇ ਲਈ ਤਾਂ ਇਹ ਆਮ ਗੱਲਾਂ ਨੇ। ਆਮ ਗੱਲਾਂ ਨੇ ਬਿਲਕੁਲ ਤੋ ਇਸ ਲਈ ਜੋ ਹਿੰਦੁਸਤਾਨ ਹੈ, ਜੋ ਹਿੰਦੁਸਤਾਨ ਦਾ ਸਮਾਜ ਹੈ, ਜੀ ਉਹ ਸਾਰੀ ਦੁਨੀਆ ਦੇ ਲਈ ਇੱਕ ਅਚੰਭਾ ਹੈ ਜੀ ਵੀ ਇੰਨੇ ਲੋਕ, ਇੰਨੇ ਧਰਮਾਂ ਦੇ ਲੋਕ, ਇੰਨੇ ਬੋਲੀਆਂ, ਇੰਨੇ ਵੱਖ-ਵੱਖ ਤਰ੍ਹਾਂ ਦੇ ਲੋਕ ਇੱਥੇ ਕਿਵੇਂ ਅਮਨ ਸ਼ਾਂਤੀ ਨਾਲ ਰਹੀ ਜਾਂਦੇ ਆ। ਬਿਲਕੁਲ। ਸੋ ਇਸੇ ਤਰ੍ਹਾਂ ਜਦ ਇਸਲਾਮ ਭਾਰਤ ਦੇ ਵਿੱਚ ਆਇਆ, ਜੋ ਇਸਲਾਮਿਕ ਸੱਭਿਅਤਾ ਸੀ ਜੀ ਅਤੇ ਭਾਰਤੀ ਸੱਭਿਅਤਾ ਸੀ, ਜੀ ਉਹ ਦੋਨੇ ਇੱਥੇ ਰਲ ਗਈਆਂ, ਹੂੰ ਜਿਸ ਨੂੰ ਕਿ ਅਸੀਂ ਗੰਗਾ ਜਮਨਾ ਤਹਿਜ਼ੀਬ ਦੇ ਨਾਮ ਨਾਲ ਜਾਣਦੇ ਹਾਂ। ਜਾਣਦੇ ਹਾਂ ਬਿਲਕੁਲ। ਸੋ ਉਸ ਦੋਨਾਂ ਸੱਭਿਅਤਾਵਾਂ ਨੇ ਆਪਸ ਦੇ ਵਿੱਚ, ਹਾਲਾਂਕਿ ਕੁਝ ਦੇਖੋ ਟੈਨਸ਼ਨ ਜ਼ਰੂਰ ਹੋਈ, ਬਿਲਕੁਲ। ਜੋ ਇਹ ਵੀ ਸੱਚ ਹੈ ਕਿ ਮੰਦਿਰ ਢਾਏ ਗਏ, ਹੂੰ ਇਸ ਨੂੰ ਕੋਈ ਝੁਠਲਾ ਨਹੀਂ ਸਕਦਾ। ਹੂੰ ਇਹ ਵੀ ਸੱਚ ਹੈ ਕਿ ਜੋ ਬਖਤਿਆਰ ਖਿਲਜੀ ਨੇ, ਹੂੰ ਜੋ ਸਾਡੀ ਨਾਲੰਦਾ ਯੂਨੀਵਰਸਿਟੀ ਸੀ, 13 ਦਿਨਾਂ ਤੱਕ ਤਾਂ ਉਸ ਦੀ ਲਾਇਬ੍ਰੇਰੀ ਦੀ ਕਿਤਾਬਾਂ ਨੂੰ ਹੀ ਅੱਗ ਲਾਉਂਦਾ ਰਿਹਾ ਉਹ। ਹੂੰ ਐਡੀ ਵੱਡੀ ਵਿਸ਼ਾਲ ਸਾਡਾ ਖਜ਼ਾਨਾ। ਸੋ ਕੁਝ ਗੁੱਸਾ ਵੀ ਆਉਂਦਾ ਉਹ ਚੀਜ਼ ਬਾਰੇ ਸੋਚ ਕੇ ਬਿਲਕੁਲ ਬਿਲਕੁਲ ਕਿ ਸਾਡਾ ਐਡੀ ਵੱਡੀ ਧਰੋਹਰ ਸਾਡੀ ਸੱਭਿਅਤਾ ਦੀ ਉਹ ਵਿਦੇਸ਼ੀ ਧਾੜਵੀਆਂ ਨੇ ਮਿਟਾ ਦਿੱਤੀ, ਸਾਡੇ ਕੋਲੋਂ ਖੋਹ ਲਈ। ਬਿਲਕੁਲ। ਸੋ ਇਸ ਤਰ੍ਹਾਂ ਪ੍ਰੋਬਲਮਸ ਵੀ ਆਈਆਂ। ਹੂੰ ਪਰ ਫਿਰ ਜੋ ਹਿੰਦੂ ਤੇ ਮੁਸਲਮਾਨ ਹੈ, ਜੋ ਦੋ ਤਹਿਜ਼ੀਬਾਂ ਨੇ ਇੱਥੇ ਇਸ ਤਰ੍ਹਾਂ ਰਲਗੱਡ ਹੋ ਗਈਆਂ, ਆਪਸ ਦੇ ਵਿੱਚ ਪ੍ਰੇਮ ਪਿਆਰ ਨਾਲ ਰਹਿਣ ਲੱਗੀਆਂ ਕਿ ਉਹ ਗੰਗਾ ਜਮਨਾ ਤਹਿਜ਼ੀਬ ਨੂੰ ਉਹਨਾਂ ਨੇ ਜਨਮ ਦਿੱਤਾ। ਉਹਨਾਂ ਨੇ ਉਰਦੂ ਭਾਸ਼ਾ ਨੂੰ ਜਨਮ ਦਿੱਤਾ, ਉਹਨਾਂ ਨੇ ਹਿੰਦੁਸਤਾਨੀ ਭਾਸ਼ਾ ਨੂੰ ਜਨਮ ਦਿੱਤਾ। ਜੀ ਬਿਲਕੁਲ। ਕਿਉਂਕਿ ਭੰਮ ਸਾਹਿਬ ਜੋ ਭਾਸ਼ਾ ਹੈ ਉਹ ਹਿੰਦੁਸਤਾਨੀ ਹੈ। ਜੀ ਜੇ ਉਹਨੂੰ ਅਰਬੀ ਦੇ ਵਿੱਚ ਲਿਖਿਆ ਜਾਵੇ ਉਰਦੂ ਬਣ ਜਾਂਦੀ ਹੈ, ਬਿਲਕੁਲ। ਜੇ ਉਹਨੂੰ ਦੇਵਨਾਗਰੀ ਦੇ ਵਿੱਚ ਲਿਖਿਆ ਜਾਵੇ ਤਾਂ ਉਹ ਹਿੰਦੀ ਬਣ ਜਾਂਦੀ ਹੈ। ਪਰ ਉਹ ਭਾਸ਼ਾ ਬੋਲਣ ਚ ਇੱਕ ਹੈ, ਬੋਲਣ ਚ ਇੱਕ ਹੈ। ਕੋਈ ਉਰਦੂ ਬੋਲਣ ਵਾਲਾ ਤੇ ਹਿੰਦੀ ਬੋਲਣ ਵਾਲਾ ਤੁਸੀਂ ਦੇਖੋ, ਤੁਸੀਂ ਜੋ ਪਾਕਿਸਤਾਨ ਦੇ ਵਿੱਚ ਜੋ ਟਾਕ ਸ਼ੋਅ ਹੈ ਜਾਂ ਉਹ ਸੁਣੋ, ਉਹ ਤੁਹਾਨੂੰ ਸਮਝ ਪੈਂਦੇ ਆ। ਬਿਲਕੁਲ। ਹਿੰਦੀ ਬੋਲਣ ਵਾਲਿਆਂ ਸਾਨੂੰ ਇਸ ਤਰ੍ਹਾਂ ਕੋਈ ਫਰਕ ਮਹਿਸੂਸ ਹੁੰਦਾ ਹੀ ਨਹੀਂ ਹੈ। ਜੀ ਹਿੰਦੀ ਫਿਲਮਾਂ ਉੱਥੇ ਚੱਲਦੀਆਂ ਨੇ, ਉਹ ਇਸੇ ਲਈ ਚੱਲਦੀਆਂ ਨੇ ਕਿ ਜ਼ਬਾਨ ਇੱਕ ਹੈ। ਜੀ 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 ਬਿਲਕੁਲ। ਸੋ ਅਸੀਂ ਇੱਕ ਜ਼ਬਾਨ ਡਿਵੈਲਪ ਕੀਤੀ। ਫਿਰ ਤੁਸੀਂ ਦੇਖੋ ਪਹਿਰਾਵਾ, ਜੋ ਸ਼ੇਰਵਾਨੀਆਂ ਬੜੇ ਸ਼ੌਂਕ ਨਾਲ ਸਾਰੇ ਹਿੰਦੂ ਸਿੱਖ ਸਭ ਮੁਸਲਮਾਨ ਉਹ ਪਾਉਂਦੇ ਆ ਜੀ, ਉਹ ਵੀ ਗੰਗਾ ਜਮਨਾ ਤਹਿਜ਼ੀਬ ਦਾ ਜੋ ਸ਼ੇਰਵਾਨੀ ਹੈ ਜਾਂ ਅਚਕਨ ਹੈ ਜਾਂ ਹੋਰ ਹੈ ਜੀ, ਉਹ ਵੀ ਸਭ ਉਸ ਦੀ ਦੇਣ ਹੈ। ਜੋ ਖਾਣਾ ਪੀਣਾ, ਬਿਰਿਆਨੀ, ਹੁਣ ਦੇਖੋ ਬਿਰਿਆਨੀ ਵੀ ਬੜੀ ਪੋਲੀਟੀਕਲ ਹੋ ਗਈ ਹੈ। ਹਾਂ ਬਿਰਿਆਨੀ ਤੇ ਬੜੇ ਸਵਾਲ ਉੱਠਦੇ ਰਹੇ ਆ ਪਿਛਲੇ ਸਮੇਂ ਦੇ ਵਿੱਚ ਵੀ ਬਿਰਿਆਨੀ ਖਾ ਕੇ ਆਇਆ ਜੀ, ਫਲਾਣਾ ਬਿਰਿਆਨੀ ਖਾਣ ਗਿਆ ਜੀ, ਉੱਥੇ ਬਿਰਿਆਨੀ ਕਿਉਂ ਬਣਦੀ ਹੈ ਜੀ, ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਜਿਹੜੇ। ਹਾਂ, ਪਰ ਹੁਣ ਤੁਸੀਂ ਦੇਖੋ ਕਿ ਇੱਕ ਜੋ ਨਾਨ ਵੈਜ ਨਹੀਂ ਖਾਂਦੇ ਉਹਨਾਂ ਨੇ ਵੈਜ ਬਿਰਿਆਨੀ ਨੂੰ ਵੀ ਜਨਮ ਦਿੱਤਾ। ਹਾਲਾਂਕਿ ਇਹ ਗੱਲ ਹਾਸੋਂ ਨਹੀਂ ਜਾਪਦੀ ਹੈ ਵੀ ਬਿਰਿਆਨੀ ਕਿਸ ਤਰ੍ਹਾਂ ਵੈਜ ਹੋ ਸਕਦੀ ਹੈ। ਬਿਲਕੁਲ ਬਿਲਕੁਲ। ਪਰ ਇਹ ਗੰਗਾ ਜਮਨੀ ਤਹਿਜ਼ੀਬ ਹੈ, ਸਾਡਾ ਰਲ ਮਿਲ ਕੇ ਰਹਿਣ ਦਾ ਸਾਡਾ ਇੱਕ ਸਲੀਕਾ ਹੈ। ਹੁਣ ਤੁਸੀਂ ਦੇਖੋ ਕਿ ਉਰਦੂ ਦੇ ਬੜੇ ਵੱਡੇ ਸ਼ਾਇਰ ਜੀ, ਫਿਰਾਕ ਗੋਰਖਪੁਰੀ ਜੀ, ਉਹਨਾਂ ਦਾ ਅਸਲੀ ਨਾਮ ਕੀ ਹੈ ਜੀ? ਰਘੂਪਤੀ ਸਹਾਏ। ਰਘੂਪਤੀ ਸਹਾਏ, ਵੇਖੋ। ਸੋ ਇਹ ਉਹ ਮੁਲਕ ਹੈ ਜਿੱਥੇ ਇੱਕ ਰਘੂਪਤੀ ਸਹਾਏ ਫਿਰਾਕ ਗੋਰਖਪੁਰੀ ਬਣ ਸਕਦਾ ਹੈ। ਬਿਲਕੁਲ। ਤੇ ਉਸ ਤੇ ਕੋਈ ਉਂਗਲ ਨਹੀਂ ਚੱਕਦਾ, ਉਸ ਨੂੰ ਮਕਬੂਲ ਸ਼ਾਇਰ ਦੁਨੀਆ ਮੰਨਦੀ ਹੈ। ਤੇ ਇਹ ਉਹ ਮੁਲਕ ਹੈ ਜਿੱਥੇ ਇੱਕ ਸ਼ਾਹ ਹੁਸੈਨ ਜੀ ਮਾਧੋਦਾਸ ਬਣ ਸਕਦਾ ਹੈ। ਜੀ ਜੀ, ਉਸ ਤੇ ਕੋਈ ਉਂਗਲ ਨਹੀਂ ਚੱਕਦਾ, ਕੋਈ ਉਸ ਤੇ ਪੱਤੀ ਨਹੀਂ ਕਰਦਾ। ਬਿਲਕੁਲ। ਸੋ ਇਹ ਇੱਕ ਸਾਡੀ ਭੰਮ ਸਾਹਿਬ, ਇਹ ਜੋ ਸਾਡੀ ਇੱਕ ਇਤਿਹਾਸਿਕ ਧਰੋਹਰ ਹੈ ਜੀ, ਜਿਸ ਨੂੰ ਅਸੀਂ ਬਚਾ ਕੇ ਰੱਖਣਾ ਹੈ। ਜੀ ਜੀ, ਜੋ ਤੁਸੀਂ ਇਹ ਮੈਨੂੰ ਗੱਲ ਦੱਸੀ, ਜੋ ਮੈਨੂੰ ਸਵਾਲ ਕੀਤਾ ਜੀ ਕਿ ਇਸ ਦਾ ਸਮਾਜਿਕ ਤਾਣੇ ਬਾਣੇ ਤੇ ਕਿਸ ਤਰ੍ਹਾਂ ਅਸਰ ਹੋਵੇਗਾ। ਜੀ ਜੀ, ਸੋ ਸਮਾਜਿਕ ਤਾਣੇ ਬਾਣੇ ਤੇ ਅਸਰ ਇਸ ਤਰ੍ਹਾਂ ਹੋਵੇਗਾ ਭੰਮ ਸਾਹਿਬ ਕਿ ਜੋ ਇਹ ਸਾਡੀ ਗੰਗਾ ਜਮਨਾ ਤਹਿਜ਼ੀਬ ਹੈ ਜੀ, ਜੋ ਸਾਡੀ ਮਿਲ ਕੇ ਰਹਿਣ ਦੀ ਜੋ ਸਾਨੂੰ ਜਾਚ ਅਸੀਂ ਸਿੱਖੀ ਹੈ ਹਜ਼ਾਰਾਂ ਸਾਲਾਂ ਨੂੰ। ਜੀ ਜੀ, ਜੋ ਮੰਦਿਰ ਮਸਜਿਦ ਜੀ, ਮੈਂ ਤਾਂ ਭੰਮ ਸਾਹਿਬ ਦੇਖੋ ਮਲੇਰਕੋਟਲੇ ਦਾ ਰਹਿਣ ਵਾਲਾ ਜੀ, ਮੈਂ ਤਾਂ ਆਪਣੀਆਂ ਅੱਖਾਂ ਦੇ ਨਾਲ ਇਹ ਨਜ਼ਾਰਾ ਦੇਖਿਆ ਮਲੇਰਕੋਟਲੇ ਦੀ ਸੋਮਸਨ ਕਲੋਨੀ ਦੇ ਵਿੱਚ। ਜੀ ਜੀ, ਕਿ ਮਸਜਿਦ ਦੇ ਨਾਲ ਮੰਦਿਰ ਹੈ ਜੀ, ਇੱਕ ਪਾਸੇ ਦਾ ਅਜ਼ਾਨ ਸੁਣਦੀ ਹੈ, ਦੂਜੇ ਪਾਸੇ ਮੰਦਿਰ ਦੀਆਂ ਘੰਟੀਆਂ ਸੁਣਦੀਆਂ ਨੇ ਜੀ। ਸੋ ਨਾ ਸਾਡੇ ਲਈ ਉਹ ਬੇਗਾਨੀ ਹੈ, ਨਾ ਸਾਡੇ ਲਈ ਮੰਦਿਰ ਬੇਗਾਨਾ ਜੀ ਜੀ। ਸੋ ਦੋਨੇ ਚੀਜ਼ਾਂ ਨਾਲ ਚੱਲਦੀਆਂ ਆਈਆਂ ਨੇ। ਪਰ ਜੀ ਇਸ ਤਰ੍ਹਾਂ ਦਾ ਜੋ ਮਾਹੌਲ ਇਹਨਾਂ ਮੁਕੱਦਮਿਆਂ ਦੇ ਵਿੱਚ ਜੋ ਕਮਿਊਨਲ ਇੱਕ ਮਾਹੌਲ ਜੇ ਬਣ ਜਾਂਦਾ ਹੈ ਜਾਂ ਬਣਾਇਆ ਜਾਂਦਾ ਹੈ ਸੰਪਰਦਾਇਕ ਮਾਹੌਲ ਜੀ, ਤਾਂ ਉਹ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਤੋੜੇਗਾ, ਲੋਕਾਂ ਨੂੰ ਦੂਰ ਕਰੇਗਾ ਤੇ ਜੋ ਮੁਲਕ ਹੈ ਇਹ ਇੱਕ ਵੰਡੀਆਂ ਮੁਲਕ ਦੇ ਵਿੱਚ ਪੈ ਜਾਣਗੀਆਂ ਧਾਰਮਿਕ ਰੌਬ ਜੋ ਭਾਰਤ ਦੇ ਹਿੱਤ ਵਿੱਚ ਨਹੀਂ, ਜੋ ਕਿਸੇ ਵੀ ਸਮਾਜ ਦੇ ਹਿੱਤ ਵਿੱਚ ਨਹੀਂ। ਤੇ ਦੂਸਰੀ ਗੱਲ ਜੋ ਹੈ ਜੀ, ਹੁਣ ਜੇ ਮੈਂ ਗੱਲ ਕਰਾਂ ਸਮਾਜਿਕ ਸਦਭਾਵਨਾ ਜੀ, ਤੇ ਮੈਂ ਸਿੱਖ ਗੁਰੂ ਸਾਹਿਬਾਨ ਦਾ ਉੱਥੇ ਜ਼ਿਕਰ ਨਾ ਕਰਾਂ ਜੀ, ਇਹ ਗੱਲ ਵੀ ਫਿਰ ਅਧੂਰੀ ਰਹਿ ਜਾਵੇਗੀ। ਬਿਲਕੁਲ। ਕਿਉਂਕਿ ਤੁਸੀਂ ਭੰਮ ਸਾਹਿਬ ਦੇਖੋ ਕਿ ਹਾਲਾਂਕਿ ਪੰਜਵੇਂ ਪਾਤਸ਼ਾਹ ਨੂੰ ਜੀ, ਜੋ ਮੁਗਲ ਬਾਦਸ਼ਾਹ ਦੇ ਜਹਾਂਗੀਰ ਦੇ ਹੁਕਮ ਦੇ ਉੱਤੇ ਜੀ
ਤਸੀਹੇ ਦੇ ਕੇ ਜੀ। ਸ਼ਹੀਦ ਕੀਤਾ ਗਿਆ ਤੇ ਉਹ ਸ਼ਹੀਦਾਂ ਦੇ ਸਰਤਾਜ ਬਣੇ। ਜੀ ਪਰ ਜਦ 6ਵੇਂ ਪਾਤਸ਼ਾਹ ਆਉਂਦੇ ਆ ਜੀ ਸ੍ਰੀ ਹਰਗੋਬਿੰਦਪੁਰਾ ਦੇ ਵਿੱਚ ਉਹ ਠਹਿਰਾਅ ਆਪਣਾ ਕਰਦੇ ਆ, ਜੀ ਉੱਥੇ ਮੁਸਲਮਾਨ ਕਮਿਊਨਿਟੀ ਆ ਕੇ ਜੀ ਉਹਨਾਂ ਨੂੰ ਕਹਿੰਦੀ ਹੈ ਜੀ ਕਿ ਸਾਡੇ ਕੋਲ ਜੀ ਇਬਾਦਤਗਾਹ ਨਹੀਂ ਹੈ ਸਾਡੀ। ਜੀ ਤਾਂ ਉਹੀ 6ਵੇਂ ਪਾਤਸ਼ਾਹ ਜੀ ਦੇਖੋ, ਹਾਲਾਂਕਿ ਗੁਰੂ ਅਰਜਨ ਦੇਵ ਜੀ ਨੂੰ ਮੁਗਲਾਂ ਨੇ ਸ਼ਹੀਦ ਕੀਤਾ ਹੈ, ਜੀ ਪਰ ਉਹਨਾਂ ਦੇ ਮਨ ਦੇ ਵਿੱਚ ਜੋ ਸਿੱਖੀ ਦਾ ਜੋ ਫਲਸਫਾ ਜੋ ਬੈਠਾ ਹੈ, ਜੀ ਉਹ ਸੱਭੇ ਸਾਂਝੀਵਾਲ ਸਦਾਇਨ ਦੀ ਜੋ ਫਿਲਾਸਫੀ ਹੈ, ਬਿਲਕੁਲ ਉਹ ਆਪਣੇ ਸਿੱਖਾਂ ਨੂੰ ਕਹਿੰਦੇ ਆ ਕਿ ਭਾਈ ਇਹਨਾਂ ਮੁਸਲਮਾਨਾਂ ਨੂੰ ਇਬਾਦਤਗਾਹ ਬਣਾ ਕੇ ਦਿਓ। ਬਿਲਕੁਲ ਅੱਜ ਵੀ ਦੇਖੋ ਬਿਆਸ ਦੇ ਕਿਨਾਰੇ ਉਹ ਇਬਾਦਤਗਾਹ ਗੁਰੂ ਕੀ ਮਸਜਿਦ ਦੇ ਨਾਂ ਨਾਲ ਜਾਣੀ ਜਾਂਦੀ ਹੈ। ਸੋ ਇਹ ਉਹ ਮੁਲਕ ਹੈ ਜਿੱਥੇ ਗਿਆਨ ਵਾਪੀ ਮਸਜਿਦ ਹੈ, ਜੀ 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 ਜਿੱਥੇ ਗੁਰੂ ਕੀ ਮਸਜਿਦ ਹੈ। ਸੋ ਇਹ ਸੱਭਿਅਤਾ, ਇਹ ਸਾਡਾ ਸੱਭਿਆਚਾਰ ਦਾ ਹਿੱਸਾ ਹੈ। ਇਦੋਂ ਵੱਡੀਆਂ ਜਿਹੜੀਆਂ ਭਾਈਚਾਰੇ ਦੀਆਂ ਉਦਾਹਰਨਾਂ ਹੋਰ ਕੀ ਹੋ ਸਕਦੀਆਂ ਜੀ? ਜੀ ਇਹ ਸਾਡੀ ਸੰਸਕ੍ਰਿਤੀ ਹੈ ਜਿਸ ਨੂੰ ਅਸੀਂ ਬਚਾ ਕੇ ਜੀ ਅੱਗੇ ਲੈ ਕੇ ਜਾਣਾ ਹੈ ਤੇ ਇਸ ਦੇ ਵਿੱਚ ਫੁੱਟ ਨਹੀਂ ਪੈਣ ਦੇਣੀ। ਜੀ 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 ਗਿੱਲ ਸਾਹਿਬ, ਇਸ ਸਾਰੇ ਮਸਲੇ ਦਾ ਹੁਣ ਸਿਆਸੀ ਦ੍ਰਿਸ਼ਟੀਕੋਣ ਕੀ ਹੈ ਜੀ? ਇਹ ਵੀ ਦੇਖਣਾ ਬਹੁਤ ਜ਼ਰੂਰੀ ਹੈ। ਜੀ ਭਾਮ ਸਾਹਿਬ, ਜਿਸ ਤਰ੍ਹਾਂ ਅਸੀਂ ਕਾਨੂੰਨ ਦੀ ਗੱਲ ਕੀਤੀ, ਅਸੀਂ ਇਤਿਹਾਸ ਦੀ ਗੱਲ ਕੀਤੀ, ਜੀ ਪਰ ਜੋ ਤੁਹਾਨੂੰ ਪਤਾ ਹੈ ਜੋ ਸਿਆਸਤ ਹੈ ਜੀ ਇਹ ਆਪਣੀ ਜਗ੍ਹਾ ਇਹ ਲੱਭ ਹੀ ਲੈਂਦੀ ਹੈ। ਇਹ ਬਾਕੀਆਂ ਨਾਲੋਂ ਭਾਰੂ ਹੈ ਜੀ। ਇਹ ਸੱਜੇ ਖੱਬੇ ਦੀ ਹੋ ਕੇ ਇਹ ਵਿੱਚ ਆ ਹੀ ਜਾਂਦੀ ਹੈ। ਹਾਂ ਸੋ ਇਸ ਮਸਲੇ ਨੂੰ ਵੀ ਜੇ ਤੁਸੀਂ ਸਿਆਸੀ ਦ੍ਰਿਸ਼ਟੀਕੋਣ ਤੋਂ ਦੇਖੋ ਜੀ ਤਾਂ ਜੋ ਇਹ ਮਸਲਾ ਹੈ ਇਹ ਅੱਗੇ ਚੱਲ ਕੇ, ਬਲਕਿ ਜੋ ਜਿਸ ਤਰ੍ਹਾਂ ਦੀ ਮੀਡੀਆ ਕਵਰੇਜ ਜੋ ਇੱਕ ਖਾਸ ਤਰ੍ਹਾਂ ਦਾ ਮੀਡੀਆ ਹੈ ਬਿਲਕੁਲ ਉਹ ਕਰ ਰਿਹਾ ਹੈ, ਸੋ ਇਸ ਮਸਲੇ ਨੇ ਵੀ ਜੋ ਇੱਕ ਧਰੂਵੀਕਰਨ ਦਾ ਜੀ ਜੋ ਮਸਲਾ ਹੈ ਉਹ ਬਣ ਜਾਣਾ ਹੈ। ਜੀ ਤੇ ਕੁਝ ਸਿਆਸੀ ਪਾਰਟੀਆਂ ਨੇ ਜੋ ਵੋਟਾਂ ਦੇ ਧਰੂਵੀਕਰਨ ਤੋਂ ਲਾਹਾ ਆਪਣਾ ਖੱਟਦੀਆਂ ਨੇ, ਜੀ 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 ਜੋ ਧਰਮਾਂ ਦੇ ਵਿੱਚ ਜਾਤਾਂ ਦੇ ਵਿੱਚ ਲੋਕਾਂ ਨੂੰ ਵੰਡ ਕੇ। ਜੀ ਸੋ ਇਹ ਵੀ ਉਸ ਤਰ੍ਹਾਂ ਦੀ ਸਿਆਸਤ ਦਾ ਹੀ ਹਿੱਸਾ ਹੈ। ਪਰ ਦੇਖੋ ਇੱਥੇ ਕਿਸੇ ਇੱਕ ਪਾਰਟੀ ਨੂੰ ਅਸੀਂ ਦੋਸ਼ੀ ਨਹੀਂ ਠਹਿਰਾ ਸਕਦੇ, ਕਿਉਂਕਿ ਇਹ ਇਲਜ਼ਾਮ ਅਕਸਰ ਬੀਜੇਪੀ ਦੇ ਉੱਤੇ ਲੱਗਦਾ ਹੈ ਜੀ ਕਿ ਉਹ ਵੋਟਾਂ ਦਾ ਧਰੂਵੀਕਰਨ ਕਰਕੇ ਜੀ ਆਪਣਾ ਸਿਆਸੀ ਲਾਹਾ ਖੱਟਦੇ ਆ। ਜੀ ਪਰ ਤੁਸੀਂ ਦੇਖੋ ਜਿਹੜਾ ਇਹ ਮਸਲਾ ਹੈ ਉਹ ਉਸ ਦੇ ਵਿੱਚ ਇਕੱਲੀ ਬੀਜੇਪੀ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ, ਬਿਲਕੁਲ ਕਿਉਂਕਿ ਜਿਸ ਤਰ੍ਹਾਂ ਮੈਂ ਫਿਰ ਹੁਣ ਰਾਮ ਜਨਮ ਭੂਮੀ ਤੇ ਜੋ ਅਯੋਧਿਆ ਦੇ ਮਸਲੇ ਤੇ ਆਵਾਂਗਾ, ਜੀ ਜੀ ਕਿਉਂਕਿ ਧਰਮ ਦਾ ਇਸਤੇਮਾਲ ਕਾਂਗਰਸ ਪਾਰਟੀ ਵੀ ਕਰਦੀ ਰਹੀ ਹੈ ਲੋਕਾਂ ਨੂੰ ਵੰਡਣ ਦੇ ਲਈ। ਇਸ ਹਮਾਮ 'ਚ ਸਾਰੇ ਨੰਗੇ ਆ ਜੀ। ਜੀ ਜੀ ਉਹ ਇੰਦਰਾ ਗਾਂਧੀ ਦੇ ਦੌਰ ਦੇ ਵਿੱਚ ਵੀ ਹੋਇਆ, ਉਹ ਅਸੀਂ ਸਾਰਾ ਦੇਖਿਆ ਜੋ ਪੰਜਾਬ ਨੇ ਜੋ ਸੰਤਾਪ ਭੋਗਿਆ। ਜੀ 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 ਉਸ ਦਾ ਕਾਰਨ ਇਹੀ ਸੀ ਕਿ ਜੋ ਹਿੰਦੂ ਸਿੱਖ ਜੀ ਜਿਨ੍ਹਾਂ ਦੇ ਵਿੱਚ ਕੋਈ ਫਰਕ ਹੈ ਹੀ ਨਹੀਂ ਸੀ, ਜੀ ਜੀ ਇੰਨੀਆਂ ਭਾਈਚਾਰਕ ਸਾਂਝਾਂ ਸੀ, ਜੀ ਉਹਨਾਂ ਨੂੰ ਕਿਸ ਤਰ੍ਹਾਂ ਬਾਏ ਡਿਜ਼ਾਈਨ ਤੋੜਿਆ ਗਿਆ ਤੇ ਕਿਸ ਤਰ੍ਹਾਂ ਪੰਜਾਬੀਆਂ ਦਾ ਘਾਣ ਕੀਤਾ ਗਿਆ ਜੀ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ। ਜੀ ਜੀ ਫਿਰ ਜੇ ਤੁਸੀਂ ਹੁਣ ਦੇਖੋ ਜੋ ਹਿੰਦੂਤਵ ਦੀ ਰਾਜਨੀਤੀ ਹੈ ਜੀ ਉਸ ਦਾ ਜੋ ਮੇਨ ਜੋ ਇਲਜ਼ਾਮ ਹੈ ਜੋ ਲੋਕ ਉਹ ਬੀਜੇਪੀ ਦੇ ਉੱਤੇ ਲਾਉਂਦੇ ਆ ਕਿ ਹਿੰਦੂਤਵ ਦੀ ਰਾਜਨੀਤੀ ਉਹ ਕਰਦੇ ਆ। ਜੀ ਪਰ ਜੋ ਹਿੰਦੂਤਵ ਦੀ ਰਾਜਨੀਤੀ ਹੈ, ਜੀ। ਹਾਲਾਂਕਿ ਚਲੋ ਇਹ ਪਹਿਲਾਂ ਦੀ ਚੱਲੀ ਆਉਂਦੀ ਹੈ, ਜੀ ਜੀ ਪਰ ਜੋ ਅੱਜ ਜੋ ਮਸਲੇ ਹੈ ਜੋ ਗੱਲ ਇੱਥੇ ਤੱਕ ਪਹੁੰਚੀ ਹੈ, ਜੀ ਸੋ ਇਸ ਦਾ ਪਿਤਾਮਾ, ਇਸ ਦਾ ਜਨਕ ਮੈਂ ਤਾਂ ਸ਼੍ਰੀ ਰਾਜੀਵ ਗਾਂਧੀ ਨੂੰ ਮੰਨਦਾ। ਬਿਲਕੁਲ ਪਿੱਛੇ ਜੇ ਉਹਨਾਂ ਦਾ ਜੋ ਡੈਥ ਐਨਵਰਸਰੀ ਹੈ ਉਹ ਵੀ ਲੰਘ ਕੇ ਗਈ ਹੈ, ਜੀ ਜੀ ਪਰ ਜੋ ਇਹ ਸ਼ਮ ਸ਼ੁਰੂ ਹੋਇਆ ਜੋ ਮੰਦਿਰ ਮਸਜਿਦ ਦਾ, ਜੀ ਇਸ ਨੇ ਆਪਣਾ ਸਿਖਰ ਜੀ ਰਾਜੀਵ ਗਾਂਧੀ ਦੇ ਦੌਰ ਦੇ ਵਿੱਚ ਛੂਇਆ, ਕਿਉਂਕਿ ਉਹਨਾਂ ਨੇ ਜ਼ਿਆਦਾ ਕਹਿ ਲਓ ਵੀ ਲੈਕ ਆਫ ਅੰਡਰਸਟੈਂਡਿੰਗ ਸੀ ਜੀ ਜਾਂ ਗਲਤ ਸਲਾਹਕਾਰ। ਕਿਉਂਕਿ ਪਹਿਲਾਂ ਸ਼ਾਹਬਾਨੋ ਦਾ ਕੇਸ ਹੁੰਦਾ, ਸ਼ਾਹਬਾਨੋ ਦੇ ਕੇਸ ਦੇ ਵਿੱਚ ਜੋ ਰਾਜੀਵ ਗਾਂਧੀ ਹੈ ਜੀ ਉਹ ਸਰਕਾਰ ਦੇ ਵਿੱਚ ਹੈ, ਐਬਸੋਲੂਟ ਮੈਜੋਰਿਟੀ ਹੈ ਜੀ, ਉਹ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਉੱਪਰ ਦੀ ਜਾ ਕੇ ਸੁਪਰੀਮ ਕੋਰਟ ਟ੍ਰਿਪਲ ਤਲਾਕ ਨੂੰ ਰੱਦ ਕਰ ਦਿੰਦੀ ਹੈ ਜੀ, ਉਹ ਉਸ ਦੇ ਉੱਪਰ ਦੀ ਜਾ ਕੇ ਪਾਰਲੀਮੈਂਟ ਦੇ ਵਿੱਚ ਲਾਅ ਪਾਸ ਕਰਕੇ ਇੱਕ ਖਾਸ ਧਰਮ ਦੇ ਇੱਕ ਖਾਸ ਤਬਕੇ ਨੂੰ ਸੰਤੁਸ਼ਟ ਕਰਨ ਵਾਸਤੇ ਟ੍ਰਿਪਲ ਤਲਾਕ ਨੂੰ ਫੇਰ ਲਾਗੂ ਕਰਦੇ ਆ। ਤਾਂ ਉਸ ਦਾ ਮੈਸੇਜ ਜੋ ਇੱਕ ਮੈਜੋਰਿਟੀ ਸਾਇਲੈਂਟ ਮੈਜੋਰਿਟੀ ਹਿੰਦੂ ਮੈਜੋਰਿਟੀ ਹੈ ਉਸ ਦੇ ਵਿੱਚ ਇਹ ਜਾਂਦਾ ਹੈ ਕਿ ਇਹ ਜੋ ਕਾਨੂੰਨ ਸਾਜ਼ੀ ਇਹ ਕਰਦੇ ਆ ਉਹ ਵੀ ਕਰਦੇ ਆ ਜੀ, ਇਹ ਬਸ ਹਿੰਦੂ ਧਰਮ ਦੇ ਵਿੱਚ ਹੀ ਕਰਦੇ ਆ ਵੀ ਇਹ ਜੋ ਮਿਨੋਰਟੀਆਂ ਨੇ ਉਹਨਾਂ ਦੀ ਅਪੀਸਮੈਂਟ ਕਰਦੇ ਆ, ਉਹਨਾਂ ਨੂੰ ਪੈਂਪਰ ਕਰਦੇ ਆ। ਕਿਉਂਕਿ ਹਿੰਦੂ ਪਰਸਨਲ ਲਾਅ ਤਾਂ 1955 ਦੇ ਵਿੱਚ ਹੀ ਕੋਡੀਫਾਈ ਕਰ ਦਿੱਤਾ ਸੀ, ਬਿਲਕੁਲ, ਪਰ 80s ਦੇ ਤੱਕ ਆ ਕੇ ਉਹ ਵੀ ਜੇ ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਪਾਸ ਕੀਤੀ ਫਿਰ ਵੀ ਉਸ ਸਮੇਂ ਦੀ ਜੋ ਕਾਂਗਰਸ ਸਰਕਾਰ ਹੈ ਉਸ ਦੀਆਂ ਲੱਤਾਂ ਇਹ ਭਾਰ ਨਹੀਂ ਸੀ ਚੱਲਦੀਆਂ। ਉਸ ਤੋਂ ਬਾਅਦ ਦੇਖੋ ਕਿ ਰਾਮ ਜਨਮ ਭੂਮੀ ਦੇ ਜੋ ਅਯੋਧਿਆ ਦਾ ਮਸਲਾ ਹੈ
ਜੀ ਉਸ ਦੇ ਉੱਤੇ ਡਿਸਪਿਊਟ ਅੰਗਰੇਜ਼ਾਂ ਦੇ ਜ਼ਮਾਨੇ ਦਾ ਚੱਲਿਆ ਆ ਰਿਹਾ ਸੀ। ਜੀ ਮੈਜਿਸਟ੍ਰੇਟ ਦੇ ਹੁਕਮਾਂ ਨਾਲ ਉੱਥੇ ਤਾਲੇ ਲੱਗੇ ਹੋਏ ਸੀ। ਹੂੰ ਫਿਰ ਇਹ ਕਾਂਗਰਸ ਪਾਰਟੀ ਦਾ ਜੋ ਰਾਮ ਲੱਲਾ ਉੱਥੇ ਵਿੱਚ ਵਿਰਾਜਮਾਨ ਕਰਵਾਉਣ ਦਾ ਉਹ ਵੀ ਸਿਹਰਾ ਇਹਨਾਂ ਨੂੰ ਜਾਂਦਾ ਹੈ। ਜੀ ਜੀ ਉਸ ਤੋਂ ਬਾਅਦ ਫਿਰ ਭਾਮ ਸਾਹਿਬ ਜੋ ਹਿੰਦੂਤਵ ਦਾ ਜਿੰਨ ਜੀ ਜੋ ਰਾਜੀਵ ਗਾਂਧੀ ਦੀ ਸਰਕਾਰ ਨੇ, ਰਾਜੀਵ ਗਾਂਧੀ ਦੇ ਅੰਡਰ ਕਾਂਗਰਸ ਪਾਰਟੀ ਨੇ ਜੀ ਬੋਤਲ ਚੋਂ ਬਾਹਰ ਕੱਢਿਆ, ਹੂੰ ਉਹ ਫਿਰ ਮੁੜ ਕੇ ਬੋਤਲ ਦੇ ਵਿੱਚ ਵਾਪਸ ਨਹੀਂ ਪਾਇਆ ਗਿਆ। ਵਾਪਸ ਨਹੀਂ ਪਾਇਆ ਗਿਆ। ਬਿਲਕੁਲ ਹੋਇਆ ਕੀ ਕਿ ਹੁਣ ਕੰਮ ਵੀ ਕੀਤਾ ਪਰ ਉਸ ਦਾ ਕ੍ਰੈਡਿਟ ਕੋਈ ਹੋਰ ਲੈ ਗਿਆ। ਕ੍ਰੈਡਿਟ ਕੋਈ ਹੋਰ ਲੈ ਗਿਆ। ਬਿਲਕੁਲ ਰਾਮ ਆ ਲੱਲਾ ਵੱਡਾ ਨੂੰ- ਕੰਮ ਉਹਨਾਂ ਦਾ ਸੀਗਾ ਹਾਂਜੀ। ਤੇ ਹੁਣ ਭਾਜਪਾ ਜਿਹੜੀ ਹੈ ਉਹ ਕਾਬਜ਼ ਹੋ ਗਈ ਉੱਤੇ। ਹਾਂਜੀ, ਵਿੱਢਿਆ ਉਹਨਾਂ ਨੇ ਪਰ ਰੱਥ ਦੇ ਉੱਤੇ ਕੋਈ ਹੋਰ ਸਵਾਰ ਹੋ ਗਿਆ। ਰੱਥ ਦੇ ਉੱਤੇ ਹੋਰ ਸਵਾਰ ਹੋ ਗਿਆ। ਰੱਥ ਦੇ ਉੱਤੇ ਲਾਲ ਕ੍ਰਿਸ਼ਨ ਅਡਵਾਨੀ ਜੀ ਸਵਾਰ ਹੋ ਗਏ। ਜੀ ਜੀ ਤੇ ਉਹਨਾਂ ਨੇ ਫਿਰ ਰਾਮ ਜਨਮ ਭੂਮੀ ਦੇ ਮਸਲੇ ਨੂੰ ਇਸ ਤਰ੍ਹਾਂ ਉਸ ਦਾ ਸਿਆਸੀਕਰਨ ਕੀਤਾ ਜੀ ਕਿ ਜੋ ਹਿੰਦੂ ਵੋਟ ਸੀ ਜੀ ਉਸ ਦਾ ਧਰੁਵੀਕਰਨ ਕਰਕੇ ਉਸ ਨੂੰ ਆਪਣੇ ਬੀਜੇਪੀ ਦੇ ਇੱਕ ਸਟਰੋਂਗ ਸਮਰਥਨ ਦੇ ਵਿੱਚ ਲੈ ਆਏ। ਜੀ ਜੀ ਕਿਉਂਕਿ ਦੇਖੋ 84 ਦੇ ਵਿੱਚ ਜੀ ਇੱਕ ਸਮਾਂ ਇਹੋ ਜਿਹਾ ਸੀ ਅਰਲੀ 80s ਦੇ ਵਿੱਚ ਕਿ ਬੀਜੇਪੀ ਦੀਆਂ ਸਿਰਫ 2 ਸੀਟਾਂ ਹੋਇਆ ਕਰਦੀਆਂ ਸੀ ਜੀ ਜੀ ਲੋਕ ਸਭਾ ਦੇ ਵਿੱਚ। ਜੀ ਪਰ ਰਾਮ ਜਨਮ ਭੂਮੀ ਤੇ ਅਯੋਧਿਆ ਦਾ ਜੋ ਮਸਲਾ ਸੀ ਜੀ ਜਾਂ ਜੋ ਲਾਲ ਕ੍ਰਿਸ਼ਨ ਅਡਵਾਨੀ ਦੀਆਂ ਜੋ ਰੱਥ ਯਾਤਰਾਵਾਂ ਸੀ, ਜੀ ਉਹਨਾਂ ਨੇ ਇਸ ਮਸਲੇ ਦਾ ਇਸਤੇਮਾਲ ਕਰਦੇ ਹੋਏ ਜੀ ਭਾਰਤੀ ਜਨਤਾ ਪਾਰਟੀ ਨੂੰ ਇੱਕ ਜ਼ਬਰਦਸਤ ਪੁਸ਼ ਦਿੱਤਾ ਜੀ। ਅਤੇ ਨੈਸ਼ਨਲ ਲੈਵਲ ਦੇ ਉੱਤੇ ਲਿਜਾ ਕੇ ਖੜਾ ਕਰ ਦਿੱਤਾ। ਹੂੰ ਉਹ ਇੱਕ ਸਮੇਂ ਫਿਰ ਉਹਨਾਂ ਦੀਆਂ 80 ਦੇ ਕਰੀਬ ਸੀਟਾਂ ਆਈਆਂ। ਜੀ ਫਿਰ ਉਸ ਤੋਂ ਵੱਧ ਫਿਰ ਉਸ ਤੋਂ ਅੱਗੇ ਚੱਲ ਕੇ ਇੱਕ ਸਮਾਂ ਜਦ ਇਹ ਆਇਆ ਕਿ ਉਹ ਸਭ ਤੋਂ ਵੱਡੀ ਪਾਰਟੀ ਬਣੀ ਜੀ ਬੀਜੇਪੀ। ਫਿਰ ਹੁਣ ਅੱਜ ਦੇਖੋ ਕਿ ਉਹ ਮੈਜੋਰਟੀ ਦੇ ਨਾਲ ਸਰਕਾਰ ਬਣਾ ਰਿਹਾ। ਦੂਜੀ ਵਾਰੀ ਦੂਜੀ ਵਾਰੀ ਸਰਕਾਰ ਬਣ ਗਈ ਉਹਨਾਂ ਦੀ। ਸੋ ਇਸ ਲਈ ਭਾਮ ਸਾਹਿਬ ਕਿਸੇ ਇੱਕ ਪਾਰਟੀ ਨੂੰ ਦੋਸ਼ ਦੇ ਦੇਣਾ ਜੀ ਅੱਜ ਜੇ ਕੋਈ ਬੀਜੇਪੀ ਨੂੰ ਦੋਸ਼ ਦੇਵੇ ਜੀ ਤਾਂ ਉਹ ਮੈਂ ਕਹਿੰਦਾ ਕਿ ਸਹੀ ਰੀਡਿੰਗ ਨਹੀਂ ਹੈ ਸਿਚੁਏਸ਼ਨ ਦੀ। ਬਿਲਕੁਲ ਕਿਉਂਕਿ ਇਸ ਦੇ ਵਿੱਚ ਸਾਰੇ ਮੁਲਵਸ ਸੀ, ਜੀ 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 ਇਸ ਦੇ ਵਿੱਚ ਸਾਰੇ ਇਨਵੋਲਵਡ ਸੀ। ਜੀ ਜੀ ਕਾਂਗਰਸ ਪਾਰਟੀ ਨੇ ਵੀ ਜੋ ਧਰਮ ਦਾ ਪੱਤਾ ਹੈ ਜੀ ਉਹ ਖੇਡਿਆ ਹੈ ਆਪਣੇ ਇਸਤੇਮਾਲ ਦੇ ਲਈ। ਜੀ ਸੋ ਜੋ ਇਹ ਮਸਲਾ ਹੈ ਜੋ ਮੰਦਿਰ ਮਸਜਿਦ ਦਾ, ਜੀ ਉਦੋਂ ਫਿਰ ਭਾਮ ਸਾਹਿਬ ਇਹ ਅਜਿਹਾ ਉੱਭਰ ਕੇ ਅੱਗੇ ਆਇਆ ਜੀ ਕਿ ਉਦੋਂ ਇਸ ਚੀਜ਼ ਦੇ ਨਾਅਰੇ ਉਦੋਂ ਹੀ ਖੜੇ ਹੋ ਗਏ ਸੀ ਜੀ 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 ਕਿ ਇਹ ਤਾਂ ਕੇਵਲ ਝਾਕੀ ਹੈ, ਜੀ ਕਾਸ਼ੀ ਮਥੁਰਾ ਬਾਕੀ ਹੈ। ਜੀ 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 ਸੋ ਜੋ ਉਹ ਇੱਕ ਤਬਕਾ ਸੀ ਜਿਨ੍ਹਾਂ ਨੇ ਬਾਬਰੀ ਮਸਜਿਦ ਦੇ ਵਿੱਚ ਰੋਲ ਅਦਾ ਕੀਤਾ ਸੀ, ਜੀ ਉਹਨਾਂ ਨੇ ਨਾਰਾ ਦੇ ਕੇ ਇਹ ਗੱਲ ਕਲੀਅਰ ਕਰ ਦਿੱਤੀ ਸੀ ਕਿ ਜੋ ਸਾਡਾ ਅਗਲਾ ਟਾਰਗੇਟ ਹੈ ਜੀ ਉਹ ਹੁਣ ਕਾਸ਼ੀ ਦੇ ਵਿੱਚ ਗਿਆਨ ਵਾਪੀ ਮਸਜਿਦ ਜੀ 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 ਅਤੇ ਮਥੁਰਾ ਦੇ ਵਿੱਚ ਜੀ ਜੋ ਸ਼ਾਹੀ ਈਦਗਾਹ ਹੈ ਜੋ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਦੀ ਜਨਮ ਭੂਮੀ ਦੇ ਨਾਲ ਖਲੋਤੀ ਹੈ। ਜੀ ਸੋ ਅਗਲਾ ਟਾਰਗੇਟ ਉਹ ਹੋਵੇਗਾ। ਜੀ ਲਵਲੀਨ ਜੀ, ਜਿਵੇਂ ਰਾਜੀਵ ਗਾਂਧੀ ਨੇ ਸ਼ੁਰੂ ਕੀਤਾ ਮਸਲਾ ਜੀ ਖੋ ਕੇ ਭਾਜਪਾ ਲੈ ਗਈ, ਜੀ ਲਾਲ ਕ੍ਰਿਸ਼ਨ ਅਡਵਾਨੀ ਨੇ ਖੋਲਿਆ। ਜੀ ਲਾਲ ਕ੍ਰਿਸ਼ਨ ਅਡਵਾਨੀ ਤੋਂ ਮਸਲਾ ਖੁੱਸਿਆ ਤੇ ਮੋਦੀ ਨੇ ਖੋਲਿਆ। ਉਹ ਤਾਂ ਭਾਮ ਸਾਹਿਬ ਦੇਖੋ ਭਾਵੇਂ ਵਿਦਨ ਪਾਰਟੀ ਹੈ ਲੇਕਿਨ ਵੇਖੋ ਵੀ ਗੱਲ ਕਿਵੇਂ ਪਲਟਦੀ ਕਿਵੇਂ ਆ। ਉਹਨੂੰ ਮੈਂ ਖੋਇਆ ਨਹੀਂ ਕਹੂੰਗਾ ਕਿਉਂਕਿ ਕਾਂਗਰਸ ਤਾਂ ਤੁਸੀਂ ਮੰਨ ਲਓ ਵੀ ਭਾਜਪਾ ਨੇ ਖੋਲਿਆ, ਹਾਂਜੀ ਪਰ ਭਾਜਪਾ ਦੇ ਵਿੱਚ ਤਾਂ ਫਿਰ ਰਿਲੇ ਰੇਸ ਹੀ ਹੈ ਨਾ। ਹਾਂ ਰਿਲੇ ਰੇਸ ਹੈ। ਉਹ ਲਾਲ ਕ੍ਰਿਸ਼ਨ ਅਡਵਾਨੀ ਤੋਂ ਜੋ ਮਸ਼ਾਲ ਹੈ ਜੀ ਉਹ ਪ੍ਰਧਾਨ ਮੰਤਰੀ ਮੋਦੀ ਨੇ ਫੜ ਲਈ ਤੇ ਅੱਗੇ ਹੁਣ ਮੋਦੀ ਜੀ ਤੋਂ ਅੱਗੇ ਫੜਨ ਲਈ ਹੁਣ ਯੋਗੀ ਜੀ ਤਿਆਰ ਹੈ। ਜੀ 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 ਸੋ ਇਸ ਤਰ੍ਹਾਂ ਜੋ ਉਹਨਾਂ ਦੀ ਤਾਂ ਜੋ ਨਜ਼ਰੀਆ ਹੈ ਬੀਜੇਪੀ ਦਾ ਜੀ ਉਹ ਕਲੀਅਰ ਹੈ। ਜੀ ਉਹ ਬੜਾ ਇੱਕ ਕਲੀਅਰ ਕੱਟ ਉਹਨਾਂ ਦਾ ਏਜੰਡਾ ਹੈ। ਜੀ ਉਹਨਾਂ ਨੇ ਦਿੱਤਾ ਹੋਇਆ ਕਿ ਅਸੀਂ ਹਿੰਦੂ ਰਾਸ਼ਟਰਵਾਦ ਦੀ ਜੋ ਰਾਜਨੀਤੀ ਹੈ ਜੀ ਜੀ ਉਹ ਅਸੀਂ ਕਰਨੀ ਹੈ। ਜੀ ਜੀ ਉਸ ਗੱਲ ਤੋਂ ਭੱਜਦੇ ਨਹੀਂ। ਜੀ ਪਰ ਕਨਫਿਊਜ਼ਨ ਤਾਂ ਕਾਂਗਰਸ ਪਾਰਟੀ ਦੇ ਵਿੱਚ ਆਈ ਨਾ। ਜੀ 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 ਕਨਫਿਊਜ਼ਨ ਤਾਂ ਉੱਥੇ ਚੱਲ ਕੇ ਆਈ ਕਿ ਜਦ ਅਸੀਂ ਉਹ ਧਰਮ ਦੀ ਰਾਜਨੀਤੀ ਵੀ ਖੇਡਣੀ ਹੈ ਜੀ ਤੇ ਜੀ ਉਸ ਤੋਂ ਪੱਲਾ ਵੀ ਝਾੜਨਾ ਹੈ ਜੀ ਜੀ ਤੇ ਕਹਿਣਾ ਆਪਣੇ ਆਪ ਨੂੰ ਸੈਕੂਲਰ ਹੈ। ਜੀ ਜੀ ਇਹ ਫੈਸਲਾ ਤਾਂ ਇਹ ਜੋ ਕਾਂਗਰਸ ਪਾਰਟੀ ਹੈ ਹੂੰ ਉਹ ਨਹੀਂ ਕਰ ਸਕੀ ਨਾ ਜੀ ਬਿਲਕੁਲ ਕਿ ਸੈਕੂਲਰ ਜੀ ਰਹਿਣਾ ਵੀ ਸੈਕੂਲਰ ਹੈ, ਜੀ ਧਰਮ ਦੇ ਵਿੱਚ ਦਖਲ ਵੀ ਦੇਣੀ ਹੈ, ਉੱਥੇ ਤਾਲੇ ਵੀ ਖਲਵਾਉਣੇ ਹੈ, ਰਾਮ ਲੱਲਾ ਦੀ ਮੂਰਤੀ ਵੀ ਬਿਰਾਜਮਾਨ ਕਰਵਾਉਣੀ ਹੈ, ਜੀ ਜੀ ਉਸ ਤੋਂ ਫਿਰ ਪੱਲਾ ਵੀ ਝਾੜਨਾ ਹੈ। ਜੀ ਜੀ ਤੇ ਫਿਰ ਜਿਹਨੇ ਨਹੀਂ ਪੱਲਾ ਝਾੜਨਾ ਸੀ ਉਹਨੇ ਮੌਕੇ ਦਾ ਇਸਤੇਮਾਲ ਕਰਕੇ ਫਿਰ ਅਗਲੇ ਰਸਤੇ ਸਵਾਰ ਹੋ ਗਏ। ਜੀ ਜੀ ਤੇ ਅੱਜ ਦੇਖੋ ਵੀ ਮੈਜੋਰਟੀ ਦੇ ਵਿੱਚ ਬੈਠੇ ਆ ਬੈਠੇ ਤੇ ਬੈਠੇ ਜੋ ਉਹ ਮਸ਼ਾਲ ਹੈ ਉਹ ਆਪੋ ਆਪਣੀ ਅੱਗੇ ਪਾਸ ਕਰ ਰਹੇ ਹੈ। ਤੇ ਜੋ ਕਾਂਗਰਸ ਪਾਰਟੀ ਹੈ ਚਾਹੇ ਮੰਦਿਰ ਮਸਜਿਦ ਦਾ ਮਸਲਾ ਹੈ ਜੀ ਇਸ ਨੂੰ ਲੈ ਕੇ ਵੀ ਕਨਫਿਊਜ਼ਨ ਦੇ ਵਿੱਚ ਹੈ। ਜੀ ਜੀ ਤੁਸੀਂ ਅੱਜ ਤੱਕ ਦੇਖੋ ਕਿ ਇਸ ਗਿਆਨ ਵਾਪੀ ਦੇ ਮਸਲੇ ਦੇ ਉੱਤੇ ਜੀ ਕੋਈ ਅਧਿਕਾਰਤ ਕੋਈ ਸਟਰੋਂਗ ਸਟੇਟਮੈਂਟ ਕਾਂਗਰਸ ਪਾਰਟੀ ਦੀ ਨਹੀਂ ਦਿੱਤੀ ਉਹ ਡਰਦੇ ਆ ਜੀ ਇਸੇ ਗੱਲ ਤੋਂ ਵੀ ਕੋਈ ਹਿੰਦੂ ਜਿਹੜਾ ਭਾਈਚਾਰਾ ਵੀ ਸਾਡੇ ਤੋਂ ਇਸ ਗੱਲ ਤੇ ਦੂਰ ਨਾ ਹੋ ਜਾਏ ਵੀ ਸਾਡੀ ਮੰਦਿਰ ਬਣਨਾ ਸੀ ਔਰ ਇਹਨਾਂ ਨੇ ਮਸਜਿਦ ਦੇ ਹੱਕ 'ਚ ਦੇਤਾ
ਜੇ ਮਸਜਿਦ ਦੇ ਮੰਦਰ ਦੇ ਹੱਕ 'ਚ ਬਿਆਨ ਦਿੰਦੇ ਆ ਤੇ ਫਿਰ ਉਹ ਭਾਈਚਾਰਾ ਨਾਲ ਰੁੱਸ ਜੇ। ਇਹ ਇੱਕ ਡਰ ਬਣਿਆ ਹੋਇਆ ਹੈ। ਔਰ ਮੈਂ ਸਮਝਦਾ ਵੀ ਜਿਵੇਂ ਕਿ ਸਿਆਸਤ ਜਿਹੜੀ ਹੈ ਇਸ ਮਸਲੇ ਨੂੰ ਕੈਚ ਕਰ ਰਹੀ ਹੈ। ਹੁਣ ਮੈਂ ਸੁਬਰਾਮਨਿਅਮ ਸਵਾਮੀ ਹੁਣਾਂ ਦਾ ਮੈਂ ਇੱਕ ਬਿਆਨ ਸੁਣ ਰਿਹਾ ਸੀਗਾ, ਉਹ ਕਹਿੰਦੇ ਜੀ ਵੀ 40,000 ਮੰਦਰ ਜਿਹੜੇ ਢਾਹ ਕੇ ਤੇ ਮੁਗਲ ਸਾਮਰਾਜ ਨੇ ਮਤਲਬ ਕਿ ਉੱਥੇ ਮਸਜਿਦਾਂ ਉਸਾਰੀਆਂ ਸੀਗੀਆਂ ਜੀ। ਇਹਦਾ ਮਤਲਬ ਉਹਨਾਂ ਦਾ 10 ਦਾ ਨਿਸ਼ਾਨਾ ਦੱਸਦਾ ਹੈ। ਤੁਸੀਂ ਤਾਂ ਸਿਰਫ 2 ਹੀ ਆਖਿਆ ਸੀ ਨਾ ਵੀ ਮਥੁਰਾ ਤੇ ਕਾਸ਼ੀ ਵਾਲਾ। ਮੈਨੂੰ ਲੱਗਦਾ ਵੀ 40,000 ਤੇ ਜਿਵੇਂ ਟਾਰਗੇਟ ਬਣਾਈ ਬੈਠੇ ਆ ਵੀ 40,000 ਮੰਦਰ ਜਿਹੜੇ ਹੈ ਉਹ ਹਟਾਏ ਗਏ ਸੀ ਤੇ ਇਹਦਾ ਮਤਲਬ 40,000 ਮਸਜਿਦਾਂ ਹੁਣ ਢਹਿਣਗੀਆਂ ਜੀ। ਪਰ ਭਾਮ ਸਾਹਿਬ ਗੱਲ ਤਾਂ ਇਹੀ ਹੈ ਨਾ ਕਿ ਜੋ ਮਹਾਤਮਾ ਗਾਂਧੀ ਨੇ ਜੋ ਗੱਲ ਕਹੀ ਜੀ, ਆਈ ਫॉर ਐਨ ਆਈ ਜੀ ਵਿਲ ਮੇਕ ਦਾ ਹੋਲ ਵਰਲਡ ਬਲਾਈਂਡ। ਜੀ ਜੇ ਅਸੀਂ ਇਸ ਜੰਗਲ ਦੇ ਕਾਨੂੰਨ ਨੂੰ ਹੀ ਮੰਨਣ ਲੱਗੇ, ਜੀ ਜੀ, ਅੱਖ ਦੇ ਬਦਲੇ ਅੱਖ ਤਾਂ ਸਾਰੀ ਦੁਨੀਆ ਅੰਨੀ ਹੋ ਜਾਵੇ। ਜੀ ਜੀ ਜੀ, ਜੇ ਜ਼ਾਤੀਆਂ ਹੋਈਆਂ ਨੇ, ਦੇਖੋ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਜੀ, ਪਰ ਜੋ ਜ਼ਾਤੀਆਂ ਅੱਜ ਤੋਂ 300 ਸਾਲ ਪਹਿਲਾਂ 350 ਸਾਲ ਪਹਿਲਾਂ ਔਰੰਗਜ਼ੇਬ ਨੇ ਕੀਤੀਆਂ ਜੀ, ਜਾਂ ਉਸ ਤੋਂ ਪਹਿਲਾਂ ਬਾਬਰ ਨੇ ਕੀਤੀਆਂ, ਜੀ ਜੀ, ਉਸ ਦਾ ਬਦਲਾ ਅੱਜ ਸਾਡੇ ਜੋ ਹਮਵਤਨ ਲੋਕ ਨੇ, ਚਾਹੇ ਉਹ ਕਿਸੇ ਧਰਮ ਦੇ ਨੇ ਜੀ, ਉਹਨਾਂ ਤੋਂ ਨਹੀਂ ਲਿਆ ਜਾ ਸਕਦਾ। ਬਿਲਕੁਲ ਬਿਲਕੁਲ ਬਿਲਕੁਲ, ਇਹ ਕਿਸੇ ਤਰ੍ਹਾਂ ਜਾਇਜ਼ ਨਹੀਂ ਨਾ। ਬਿਲਕੁਲ ਬਿਲਕੁਲ, ਜਿਸ ਤਰ੍ਹਾਂ ਅਸੀਂ 6ਵੇਂ ਪਾਤਸ਼ਾਹ ਦੀ ਗੱਲ ਕੀਤੀ ਜੀ, ਚਾਹੇ 5ਵੇਂ ਪਾਤਸ਼ਾਹ ਨੂੰ ਮੁਗਲਾਂ ਨੇ ਸ਼ਹੀਦ ਕੀਤਾ ਜੀ, ਪਰ ਉਹਨਾਂ ਨੇ ਫਿਰ ਵੀ ਮੁਸਲਮਾਨ ਧਰਮ ਦੇ ਪ੍ਰਤੀ, ਇਸਲਾਮ ਧਰਮ ਦੇ ਪ੍ਰਤੀ ਆਪਣੇ ਦਿਲ ਦੇ ਵਿੱਚ ਜੀ ਕੋਈ ਨਫ਼ਰਤ ਨਹੀਂ ਪੈਦਾ ਹੋਣ ਦਿੱਤੀ। ਜੀ, ਫਿਰ ਵੀ ਉੱਥੇ ਦੇਖੋ ਕਿ ਉਹਨਾਂ ਨੂੰ ਇੱਕ ਇਬਾਦਤਗਾਹ ਬਣਾ ਕੇ ਦਿੱਤੀ ਜਿਸ ਨੂੰ ਗੁਰੂ ਕੀ ਮਸਜਿਦ ਕਿਹਾ ਗਿਆ। ਜੀ 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 ਜੀ, ਸੋ ਜੋ ਇਹ ਗੱਲਾਂ ਨੇ, ਜੋ ਇਹ ਭੜਕਾਊ ਬਿਆਨਬਾਜ਼ੀ ਹੈ ਜੀ, ਦੇਖੋ ਇਸ ਦੇ ਕੀ ਇਤਿਹਾਸਕ ਤੱਥ ਹੈ ਇਹ ਤਾਂ ਸੁਬਰਾਮਨਿਅਮ ਸਵਾਮੀ ਹੀ ਜਾਣਨ। ਜੀ ਜੀ, ਪਰ ਜੋ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੈ ਉਹ ਸਮਾਜਿਕ ਤਾਣੇ ਬਾਣੇ ਲਈ, ਸਮਾਜਿਕ ਏਕਤਾ ਲਈ, ਹਿੰਦੁਸਤਾਨ ਦੇ ਲਈ ਬੜੀ ਘਾਤਕ ਹੈ। ਲਵਲੀਨ ਜੀ ਇੱਕ ਮਸਲਾ ਹੋਰ ਵੀ ਹੈ ਵੀ ਜਿਹੜਾ ਇੱਕ ਮੁਸਲਮਾਨ ਭਾਈਚਾਰਾ ਹੈ ਉਹ ਇਹਨਾਂ ਸੰਬੰਧੀ ਜਿਹੜੇ ਅਦਾਲਤੀ ਫੈਸਲੇ ਉਹਨਾਂ ਨਾਲੋਂ ਵੀ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗ ਪੈਂਦਾ ਹੈ, ਕਿਉਂਕਿ ਜਿਵੇਂ ਰਾਮ ਮੰਦਿਰ ਦੇ ਮਸਲੇ 'ਚ ਹੋਇਆ ਸੀਗਾ, ਬਾਬਰੀ ਮਸਜਿਦ ਵਾਲੇ ਮਸਲੇ 'ਚ ਜਸਟਿਸ ਜਿਹੜੇ ਚੀਫ ਜਸਟਿਸ ਗੰਗੋਈ ਸੀਗੇ, ਉਹਨਾਂ ਨੂੰ ਬਾਅਦ ਦੇ ਵਿੱਚ ਰਾਜ ਸਭਾ ਦੇ ਵਿੱਚ ਭਾਜਪਾ ਨੇ ਮੈਂਬਰ ਬਣਾ ਲਿਆ ਜੀ। ਉਸ ਫੈਸਲੇ ਤੋਂ ਤੁਰੰਤ ਬਾਅਦ ਉਹ ਰਿਟਾਇਰ ਹੁੰਦੇ ਆ ਔਰ ਰਿਟਾਇਰਮੈਂਟ ਤੋਂ ਬਾਅਦ ਨਾਲ ਦੀ ਨਾਲ ਉਹਨੂੰ ਨਵਾਜਿਆ ਜਾਂਦਾ ਹੈ। ਉਹਨੂੰ ਲੋਕ ਜਿਹੜੇ ਆ ਉਹ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ ਜੀ। ਭਾਮ ਸਾਹਿਬ ਇਹ ਇੱਕ ਦੇਖੋ ਜੁਡੀਸ਼ੀਅਲ ਪ੍ਰੋਪਰਾਈਟੀ ਦਾ ਵੀ ਮਸਲਾ ਬਣ ਜਾਂਦਾ ਹੈ, ਜਿਸਦਾ ਤੁਸੀਂ ਜ਼ਿਕਰ ਕੀਤਾ ਜੀ। ਜੁਡੀਸ਼ੀਅਲ ਪ੍ਰੋਪਰਾਈਟੀ ਦਾ ਵੀ ਇਹ ਮਸਲਾ ਬਣ ਜਾਂਦਾ ਹੈ ਜੀ ਕਿ ਜਦ ਚੀਫ ਜਸਟਿਸ ਆਫ ਇੰਡੀਆ ਇੱਕ ਰਾਜ ਸਭਾ ਦੀ ਸੀਟ ਰੂਲਿੰਗ ਪਾਰਟੀ ਤੋਂ ਲੈ ਲਵੇ ਜੀ, ਸਿਰਫ ਥੋੜਾ ਟਾਈਮ ਨਾ ਚੱਲੇ, ਹਾਂ ਬਿਲਕੁਲ, ਸੋ ਸਵਾਲ ਤਾਂ ਉਹਨਾਂ ਦੇ ਕੰਡਕਟ ਤੇ ਉੱਠਣੇ ਨੇ। ਸੋ ਇਹ ਜੁਡੀਸ਼ਰੀ ਦਾ ਵੀ ਇਹ ਦਾਇਿਤਵ ਬਣਦਾ ਹੈ ਕਿ ਜੋ ਆਪਣੇ ਆਪ ਨੂੰ ਹਮੇਸ਼ਾ ਅਬਵ ਦਾ ਬੋਰਡ ਜੀ ਹੈ ਤਾਂ ਹੈ, ਅਸੀਂ ਕਿਸੇ ਦੇ ਇਲਜ਼ਾਮ ਨਹੀਂ ਲਾਉਂਦੇ, ਬਿਲਕੁਲ ਨਹੀਂ, ਉਹ ਰੂਲ ਆਫ ਲਾਅ ਕੀ ਹੈ ਕਿ ਜਸਟਿਸ ਸ਼ੁਡ ਨਾਟ ਓਨਲੀ ਬੀ ਡਨ ਜੀ ਬਟ ਸੀਨ ਟੂ ਬੀ ਡਨ। ਜੀ ਜੀ ਬਿਲਕੁਲ, ਇਨਸਾਫ ਸਿਰਫ ਹੋਣਾ ਨਹੀਂ ਚਾਹੀਦਾ, ਲੋਕਾਂ ਨੂੰ ਹੁੰਦਾ ਦਿਖਣਾ ਵੀ ਚਾਹੀਦਾ, ਦਿਸਣਾ ਵੀ ਚਾਹੀਦਾ, ਦਿਸਣਾ ਵੀ ਚਾਹੀਦਾ। ਸੋ ਜੋ ਲੋਕਾਂ ਦੇ ਵਿੱਚ ਜੋ ਇੱਕ ਇਸ ਚੀਜ਼ ਨੂੰ ਲੈ ਕੇ ਜੋ ਧਾਰਨਾ ਹੈ ਉਹ ਬਣਨੀ ਚਾਹੀਦੀ ਹੈ ਕਿ ਜੋ ਅਦਾਲਤਾਂ ਨੇ ਜੀ ਉਹ ਧਰਮ, ਮਜ਼ਹਬ, ਜਾਤ ਪਾਤ ਹਰੇਕ ਤਰ੍ਹਾਂ ਦੀ ਬਾਇਸ ਦੇ ਉੱਤੋਂ ਸਿਰਫ ਕਾਨੂੰਨ ਨੂੰ ਦੇਖ ਕੇ ਉਹ ਫੈਸਲੇ ਦੇਣਗੇ। ਜੀ ਲਵਲੀਨ ਜੀ, ਕਿਉਂਕਿ ਹੁਣ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਚੱਲਿਆ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਅਖੀਰ ਵਿੱਚ ਕੀ ਸੁਨੇਹਾ ਦੇਣਾ ਚਾਹੋਗੇ ਇਸ ਮਸਲੇ ਦੇ ਉੱਤੇ? ਸੁਨੇਹਾ ਮੈਂ ਇਹ ਦੇਣਾ ਚਾਹਾਂਗਾ ਭਾਮ ਸਾਹਿਬ ਕਿ ਜੋ ਸਾਡੇ ਸੱਜਣ ਜੀ ਜੋ ਇਹ ਨਾਰਾ ਦੇ ਰਹੇ ਹੈ ਜੀ ਕਿ ਇਹ ਤਾਂ ਕੇਵਲ ਝਾਂਕੀ ਹੈ, ਕਾਸ਼ੀ ਮਥੁਰਾ ਬਾਕੀ ਹੈ ਜੀ, ਮੈਂ ਉਹਨਾਂ ਨੂੰ ਤਾਂ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਬੇਸ਼ੱਕ ਤੁਸੀਂ ਮੰਦਿਰ ਬਣਾਓ ਜੀ, ਜਮ ਕੇ ਮੰਦਿਰ ਬਣਾਓ ਜੀ, ਇਤਿਹਾਸ ਦੀ ਵੀ ਪੜ੍ਹਾਈ ਕਰੋ ਜੀ, ਚੰਗੀ ਤਰ੍ਹਾਂ ਪੜ੍ਹਾਈ ਕਰੋ, ਪਰ ਇੱਕ ਵਾਰ ਇਸ ਗੱਲ ਤੇ ਜ਼ਰੂਰ ਧਿਆਨ ਦਿਓ ਕਿ ਜੇ ਸਾਡੇ ਮੰਦਿਰ ਅਸੀਂ ਹੁਣ ਤਾਂ ਬਣਾ ਰਹੇ ਹਾਂ ਜੀ, ਪਰ ਜੇ ਸਾਡੇ ਮੰਦਿਰ ਪਹਿਲਾਂ ਢਹੇ ਤਾਂ ਉਸ ਦਾ ਕਾਰਨ ਕੀ ਸੀ ਜੀ, ਉਸ ਦੇ ਵੱਲ ਵੀ ਜ਼ਰੂਰ ਧਿਆਨ ਦੇਣ ਜੀ ਕਿ ਸਾਡਾ ਜੋ ਸਮਾਜ ਹੈ, ਸਾਡਾ ਭਾਰਤੀ ਸਮਾਜ ਹੈ ਜੀ, ਉਹ ਇੰਨਾ ਦੁਰਬਲ ਕਿਉਂ ਹੋ ਗਿਆ ਜੀ ਕਿ ਜੋ ਵੀ ਵਿਦੇਸ਼ੀ ਧਾੜਵੀ ਆਉਂਦਾ ਸੀ ਸਾਡੇ ਤੇ ਹਮਲਾ ਕਰਕੇ ਸਾਡੀ ਲੁੱਟਮਾਰ ਕਰਦਾ ਸੀ ਤੇ ਸਾਡੇ ਪਵਿੱਤਰ ਸਥਾਨ ਹੈ ਜੋ ਉਹਨਾਂ ਦੀ ਬੇਹਰਮਤੀ ਕਰਦਾ ਸੀ, ਚਾਹੇ ਉਹ ਸੋਮਨਾਥ ਦਾ ਮੰਦਿਰ ਹੋਵੇ, ਚਾਹੇ ਉਹ ਕਾਸ਼ੀ ਵਿਸ਼ਵਨਾਥ ਦਾ ਮੰਦਿਰ ਹੋਵੇ ਜੀ, ਚਾਹੇ ਉਹ ਨਾਲੰਦਾ ਯੂਨੀਵਰਸਿਟੀ ਹੋਵੇ ਜੀ। ਸੋ ਇਹਦਾ ਕਾਰਨ ਇਹ ਹੈ ਭਾਮ ਸਾਹਿਬ ਕਿ ਜੋ ਵਿਪਰਵਾਦ ਹੈ ਜੀ ਉਸ ਨੇ ਸਾਨੂੰ ਜ਼ਾਤਾਂ ਦੇ ਵਿੱਚ ਵੰਡ ਕੇ ਸਮਾਜ ਦੇ 85% ਲੋਕਾਂ ਨੂੰ ਵੈਸੇ ਹੀ ਭੇਡ ਬੱਕਰੀ ਬਣਾ ਦਿੱਤਾ ਸੀ ਜੀ ਜੀ ਜੀ। ਸਮਾਜ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਸੀ ਕਿ ਵਿਦੇਸ਼ੀ ਸਮਾਜ ਦੇ ਵਿੱਚ ਇੰਨੀਆਂ ਵੰਡੀਆਂ ਪਾ ਦਿੱਤੀਆਂ ਸੀ ਕਿ ਜੋ ਵਿਦੇਸ਼ੀ ਧਾੜਵੀ ਹੈ ਉਹ ਆਉਂਦੇ ਸੀ ਤੇ ਹਿੰਦੁਸਤਾਨ ਨੂੰ ਗੁਲਾਮ ਬਣਾ ਲੈਂਦੇ ਸੀ ਜੀ ਜੀ।
ਸੋ ਅੱਜ ਦੇ ਦੌਰ ਦੇ ਵਿੱਚ ਜੀ ਉਹ ਮੇਰੇ ਸੱਜਣ ਜੋ ਇਹ ਜਜ਼ਬਾ ਰੱਖਦੇ ਆ, ਜੀ ਉਹ ਇਸ ਗੱਲ ਤੇ ਜ਼ਰੂਰ ਧਿਆਨ ਦੇਣ ਕਿ ਉਹ ਅੱਜ ਸਮਾਜ ਨੂੰ ਨਾ ਵੰਡਣ ਵਿਪਰਵਾਦ ਦੇ ਮਗਰ ਲੱਗ ਕੇ, ਜੀ ਕਿਉਂਕਿ ਜੋ ਵੰਡਿਆ ਹੋਇਆ ਸਮਾਜ ਹੈ ਬਹੁਤ ਕਮਜ਼ੋਰ ਹੋ ਜਾਂਦਾ ਹੈ ਤੇ ਫਿਰ ਜੋ ਵਿਦੇਸ਼ੀ ਹੈ ਜੀ ਉਸ ਦੇ ਉੱਤੇ ਕਾਬਜ਼ ਹੋ ਜਾਂਦੇ ਆ, ਫਿਰ ਉਹ ਸਾਡੀ ਸੱਭਿਅਤਾ ਤੇ ਸਾਡੀ ਸੰਸਕ੍ਰਿਤੀ ਉਹ ਦੋਵਾਂ ਨੂੰ ਦਾ ਘਾਣ ਕਰਦੇ ਆ। ਬਿਲਕੁਲ ਬਿਲਕੁਲ, ਇਹ ਭਾਈਚਾਰਾ ਖੁਰਨਾ ਨਹੀਂ ਚਾਹੀਦਾ। ਸੋ ਤੁਸੀਂ ਇਤਿਹਾਸ ਤੋਂ ਆਪਾਂ ਸਿੱਖਣ ਦੀ ਗੱਲ ਕਰਦੇ ਆ, ਇਤਿਹਾਸ ਤੋਂ ਸੇਧ ਲੈਣ ਦੀ ਗੱਲ ਕਰਦੇ ਆ। ਜੀ ਸੋ ਇਤਿਹਾਸ ਤੋਂ ਇਹ ਸੇਧ ਲਓ ਕਿ ਸਾਡੇ ਮੰਦਿਰ ਢਹੇ ਤਾਂ ਢਹੇ ਕਿਉਂ, ਜੀ ਉਹਦਾ ਕਾਰਨ ਕੀ ਬਣਿਆ, ਜੀ ਜੀ ਕਿ ਅਸੀਂ ਉਹ ਗਲਤੀਆਂ ਨੂੰ ਦੁਹਰਾ ਤਾਂ ਨਹੀਂ ਰਹੇ। ਜੀ ਜੇ ਅਸੀਂ ਦੁਹਰਾ ਰਹੇ ਹਾਂ ਤਾਂ ਉਹਨਾਂ ਗਲਤੀਆਂ ਨੂੰ ਨਾ ਦੁਹਰਾਈਏ, ਜੀ ਸਮਾਜ ਨੂੰ ਨਾ ਵੰਡੀਏ, ਜੀ ਸਮਾਜਿਕ ਏਕਤਾ ਬਣਾਈ ਰੱਖੀਏ। ਜੀ 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 ਸੋ ਦੂਜੀ ਗੱਲ ਇਹ ਹੈ ਭੰਮ ਸਾਹਿਬ, ਜੀ ਜੋ ਦੂਜੀ ਗੱਲ ਇਹ ਮੈਂ ਕਰਨਾ ਚਾਹਾਂਗਾ ਜੀ ਸਾਰਿਆਂ ਦੇ ਨਾਲ, ਜੀ ਉਹ ਇਹੀ ਹੈ ਕਿ ਜੋ ਹਿੰਦੁਸਤਾਨ ਦਾ ਜੋ ਸੱਭਿਅਤਾ, ਜੀ ਜੋ ਸੰਸਕ੍ਰਿਤੀ ਹੈ, ਜੀ ਇਸ ਦੇ ਵਿੱਚ ਜੋ ਸਮਾਜਿਕ ਭਾਈਚਾਰਾ ਹੈ ਇਹ ਸਾਨੂੰ ਵਿਰਾਸਤ ਦੇ ਵਿੱਚ ਮਿਲਿਆ। ਜੀ ਸੋ ਇਸ ਸਮਾਜਿਕ ਭਾਈਚਾਰੇ ਨੂੰ ਅਸੀਂ ਖਰਾਬ ਨਾ ਹੋਣ ਦੇਈਏ, ਬਿਲਕੁਲ ਅਸੀਂ ਭਾਈਚਾਰਕ ਸਾਂਝ ਬਣਾ ਕੇ ਰੱਖੀਏ। ਬਿਲਕੁਲ ਬਿਲਕੁਲ ਜੋ ਸਾਰੇ ਧਾਰਮਿਕ ਸਥਲ ਨੇ, ਚਾਹੇ ਉਹ ਮੰਦਿਰ ਹੈ ਚਾਹੇ ਉਹ ਮਸਜਿਦ ਹੈ, ਜੀ ਜੀ ਜੋ ਰੱਬ ਹੈ ਦੇਖੋ ਉਹ ਇੱਕ ਹੈ, ਰੱਬ ਤੇ ਇੱਕ ਹੈ। ਸਾਰੇ ਅਨੇਕ ਤਰੀਕੇ ਨਾਲ ਉਸ ਦੀ ਪੂਜਾ ਤੇ ਆਪਣੀ ਉਸ ਦੀ ਇਬਾਦਤ ਕਰਦੇ ਆ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਜੀ। ਏਕ ਨੂਰ ਤੇ ਸਭ ਜਗ ਉਪਜੈ, ਕੌਣ ਭਲੇ ਕੌਣ ਬੰਦੇ। ਇੱਥੇ ਸਾਰੇ ਇੱਕੋ ਜਿਹੇ ਹੈ ਜੀ, ਲੇਕਿਨ ਇਹ ਪਾੜੇ ਤਾਂ ਸਿਰਫ ਸਾਡੇ ਪੱਧਰ ਤੇ ਹੀ ਹੈ ਜੀ, ਸਾਰੇ ਇੱਕੋ ਜਿਹੇ ਆ ਤੇ ਏਕਸ ਪਿਤਾ ਏਕਸ ਕੇ ਹਮ ਬਾਰਕ ਬਾਰਕ ਹੈ, ਜਦ ਅਸੀਂ ਉਸ ਦੀ ਗੱਲ ਕਰਦੇ ਹਾਂ। ਬਿਲਕੁਲ ਬਿਲਕੁਲ ਸੋ ਹਿੰਦੂ ਧਰਮ ਦੇ ਵਿੱਚ ਵੀ ਇਹ ਗੱਲ ਕਹੀ ਗਈ ਹੈ ਜੀ ਕਿ ਦੇਖੋ ਜੋ ਈਸ਼ਵਰ ਹੈ ਉਹ ਇੱਕ ਹੈ ਤੇ ਜੋ ਉਸ ਦੇ ਸੰਤ ਨੇ ਉਸ ਨੂੰ ਕਈ ਨਾਮਾਂ ਤੋਂ ਪੁਕਾਰਦੇ ਆ। ਜੀ ਸੋ ਇਸ ਲਈ ਭੰਮ ਸਾਹਿਬ ਜੋ ਕੱਟੜਵਾਦੀ ਸੋਚ ਹੈ ਉਸ ਨੂੰ ਛੱਡ ਕੇ ਜੀ ਇੱਕ ਭਗਤ ਕਬੀਰ ਦੇ ਵਾਂਗੂ ਜੀ ਡਿਕਲੇਅਰ ਲੋਕ ਕਰ ਦੇਣ ਜੀ ਕਿ ਹਮਰਾ ਝਗੜਾ ਰਿਹਾ ਨਾ ਕੋ, ਜੀ ਪੰਡਿਤ ਮੁੱਲਾ ਛਾੜੇ ਦੋ। ਜੀ ਜੇ ਅਸੀਂ ਦੋਵੇਂ ਤਰ੍ਹਾਂ ਦੀ ਕੱਟੜ ਸੋਚ ਛੱਡ ਕੇ ਬਿਲਕੁਲ ਬਿਲਕੁਲ ਅਸੀਂ ਇੱਕ ਹੋ ਕੇ ਰਹੀਏ, ਜੀ ਇਕੱਠੇ ਮਿਲ ਜੁਲ ਕੇ ਰਹੀਏ, ਜੀ ਅਸੀਂ ਦੂਸਰੇ ਧਰਮ ਦੀ ਇੱਜ਼ਤ ਕਰੀਏ, ਜੀ ਕਿਉਂਕਿ ਹਿੰਦੁਸਤਾਨ ਦੇ ਵਿੱਚ ਧਾਰਮਿਕ ਆਜ਼ਾਦੀ ਹੈ ਤੇ ਹਰੇਕ ਮਨੁੱਖ ਨੂੰ ਬਿਲਕੁਲ ਆਪਣੇ ਧਰਮ ਦੇ ਵਿੱਚ ਪੂਜਾ ਅਰਚਨਾ ਕਰਨ ਦੀ, ਜੀ ਆਪਣੀ ਇਬਾਦਤ ਕਰਨ ਦੀ ਖੁੱਲ੍ਹ ਹੈ। ਜੀ ਉਹ ਅਸੀਂ ਇੱਕ ਦੂਜੇ ਨੂੰ ਨਫ਼ਰਤ ਦੀ ਨਜ਼ਰ ਨਾਲ ਨਾ ਦੇਖੀਏ, ਸਿਰਫ ਇਸ ਲਈ ਕਿਉਂਕਿ ਉਹਨਾਂ ਦਾ ਜੋ ਆਪਣੇ ਰੱਬ ਨੂੰ ਯਾਦ ਕਰਨ ਦਾ ਤਰੀਕਾ ਹੈ ਉਹ ਸਾਡੇ ਨਾਲੋਂ ਵੱਖ ਹੈ। ਇਸ ਲਈ ਅਸੀਂ ਜੇ ਉਸ ਨੂੰ ਨਫ਼ਰਤ ਦਾ ਪਾਤਰ ਬਣਾ ਲਵਾਂਗੇ ਤਾਂ ਇਹ ਕੋਈ ਦੇਸ਼ ਦੇ ਵਾਸਤੇ ਜਾਂ ਸਾਡੇ ਸਮਾਜ ਦੇ ਵਾਸਤੇ, ਸਾਡੀ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਇਹ ਕੋਈ ਚੰਗੀ ਗੱਲ ਨਹੀਂ, ਚੰਗਾ ਇਹ ਸ਼ੁਭ ਸ਼ਗਨ ਨਹੀਂ। ਸੋ ਲਵਲੀਨ ਜੀ, ਇਸ ਬੜੇ ਉਲਝੇ ਮਸਲੇ ਨੂੰ ਤੁਸੀਂ ਜਿਵੇਂ ਕਾਨੂੰਨੀ ਪੱਖ ਤੋਂ, ਰਾਜਨੀਤਿਕ ਪੱਖ ਤੋਂ, ਸਮਾਜਿਕ ਪੱਖ ਤੋਂ ਜਿੰਨੀ ਵਿਸਥਾਰ ਦੇ ਕੇ ਉਧੇੜ ਕੇ ਸਾਡੇ ਸਾਹਮਣੇ, ਸਾਰੇ ਸਾਡੇ ਦਰਸ਼ਕਾਂ ਦੇ, ਸਾਡੇ ਸਰੋਤਿਆਂ ਦੇ ਸਾਹਮਣੇ ਰੱਖਿਆ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਭੰਮ ਸਾਹਿਬ ਤੇ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ ਵੀ ਧੰਨਵਾਦ। ਸੋ ਕਿਉਂਕਿ ਹੁਣ ਸਮਾਂ ਹੋ ਗਿਆ ਪ੍ਰੋਗਰਾਮ ਦੀ ਸਮਾਪਤੀ ਦਾ, ਮੈਨੂੰ ਬਲਦੇਵ ਸਿੰਘ ਭੰਮ ਨੂੰ ਵੀ ਦਿਓ ਇਜਾਜ਼ਤ। ਮਿਲਾਂਗੇ ਜੀ ਫਿਰ ਕਿਸੇ ਹੋਰ ਸ਼ਖਸੀਅਤ ਨਾਲ, ਕਿਸੇ ਹੋਰ ਮਸਲੇ ਨੂੰ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਜਿਉਂਦੇ ਵਸਦੇ ਰਹੋ ਜੀ।